ASP TV ਨੂੰ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਘੁੰਤਰੀ ਲਾਈਵ ਲੈ ਕੇ। ਸੋ ਦੋਸਤੋ, ਅੱਜ ਤੋਂ 30 ਸਾਲ ਪਹਿਲਾਂ ਆਮ ਜਿਹੜਾ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਇਹ ਗੱਲ ਸੁਣੀ ਜਾਂਦੀ ਸੀ, ਕਵੀਸ਼ਰ ਜਾਂ ਢਾਡੀ ਗਾਉਂਦੇ ਹੁੰਦੇ ਸੀ ਵੀ ਅਕਾਲੀ ਰਸਗੁੱਲਿਆਂ ਦੇ ਨਾਲ ਖਾ ਗਏ ਮਤਾ ਆਨੰਦਪੁਰ ਦਾ। ਆਨੰਦਪੁਰ ਸਾਹਿਬ ਦਾ ਮਤਾ ਕੀ ਸੀਗਾ, ਕਿਉਂਕਿ ਅੱਜ ਵੀ ਜਦੋਂ ਨਵਾਂ ਅਕਾਲੀ ਦਲ ਬਣਾਇਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਗੱਲ ਚੱਲਦੀ ਆ ਉੱਥੇ ਆ ਕੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਆਨੰਦਪੁਰ ਸਾਹਿਬ ਦੇ ਮਤੇ ਤੇ ਆ ਕੇ ਖੜ ਜਾਂਦੀ ਹੈਗੀ। ਕੀ ਨਵਾਂ ਅਕਾਲੀ ਦਲ ਹੈ ਜਿਹੜਾ ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਵੇਗਾ, ਜਾਂ ਆਨੰਦਪੁਰ ਸਾਹਿਬ ਦੇ ਮਤੇ ਸੰਬੰਧੀ ਅਕਸਰ ਆਮ ਹੀ ਅਕਾਲੀ ਆਗੂਆਂ ਨਾਲ ਸਵਾਲ ਹੈ ਜਿਹੜੇ ਉਹ ਪੱਤਰਕਾਰਾਂ ਵੱਲੋਂ ਕੀਤੇ ਜਾਂਦੇ ਆ। ਪੱਤਰਕਾਰਤਾ ਦੇ ਖੇਤਰ ਦੇ ਵਿੱਚ ਵੀ ਜਿਹੜੇ ਨਵੇਂ ਸੱਜਣ ਇਸ ਫੀਲਡ ਦੇ ਵਿੱਚ ਆਏ ਉਹ ਵੀ ਸ਼ਾਇਦ ਨਹੀਂ ਜਾਣਦੇ ਕਿ ਆਨੰਦਪੁਰ ਸਾਹਿਬ ਦਾ ਮਤਾ ਆਖਰ ਹੈ ਕੀ ਸੀ, ਤੇ ਨਵੀਂ ਪੀੜ੍ਹੀ ਤਾਂ ਬਿਲਕੁਲ ਹੀ ਇਸ ਤੋਂ ਅਣਜਾਣ ਹੈ। ਅੱਜ ਦੀ ਜਿਹੜੀ ਨਵੀਂ ਪੀੜ੍ਹੀ ਹੈ, ਯੂਥ ਹੈ, ਉਹਨੂੰ ਬਿਲਕੁਲ ਹੀ ਨਹੀਂ ਪਤਾ ਹੋਣਾ ਵੀ ਆਨੰਦਪੁਰ ਸਾਹਿਬ ਦਾ ਮਤਾ ਕੀ ਸੀਗਾ। ਹਾਲਾਂਕਿ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਚਰਚਾ 'ਚ ਬਹੁਤ ਰਹਿੰਦਾ ਹੈ, ਚਰਚਾ ਬਹੁਤ ਰਹਿੰਦੀ ਹੈ ਆਨੰਦਪੁਰ ਸਾਹਿਬ ਦੇ ਮਤੇ ਦੀ। ਸੋ ਅੱਜ ਇਸ ਮਤੇ ਦੇ ਉੱਪਰ ਹੀ ਆਪਾਂ ਗੱਲਬਾਤ ਕਰਾਂਗੇ, ਤੇ ਗੱਲਬਾਤ ਦੇ ਵਿੱਚ ਆਪਣਾ ਨਾਲ ਅੱਜ ਸਾਥ ਦੇਣਗੇ ਸਰਦਾਰ ਗੁਰਜੰਟ ਸਿੰਘ ਬਰਨਾਲਾ ਜੀ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਰਾਜਨੀਤੀ ਦੇ ਨਾਲ ਜੁੜੇ ਰਹੇ ਨੇਗੇ। ਸੋ ਉਹਨਾਂ ਦਾ ਸਵਾਗਤ ਕਰਦੇ ਆ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਰਨਾਲਾ ਸਾਹਿਬ। ਧੰਨਵਾਦ ਜੀ ਸੰਧੂ ਸਾਹਿਬ। ਬਰਨਾਲਾ ਸਾਹਿਬ, ਕੀ ਹੈ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਇਹ? ਅਸਲ ਆਨੰਦਪੁਰ ਸਾਹਿਬ ਦੇ ਮਤੇ ਦੀ ਚਰਚਾ ਜਿਸ ਤਰ੍ਹਾਂ ਆਪਾਂ ਕਿਹਾ ਬੜੀ ਰਹਿੰਦੀ ਹੈ, ਕੀ ਹੈ ਅਸਲ ਇਹ ਹੈ ਕੀ ਹੈ? ਸੰਧੂ ਸਾਹਿਬ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਨੂੰ ਇੱਥੇ ਮੈਨੂੰ ਬੁਲਾਉਣ ਲਈ। ਤੁਸੀਂ ਜ਼ਿਕਰ ਕੀਤਾ ਆਨੰਦਪੁਰ ਸਾਹਿਬ ਦੇ ਮਤੇ ਦਾ। ਮੈਂ ਥੋੜਾ ਜਿਹਾ ਪਿੱਛੇ ਜਾਵਾਂ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਸਿੱਖਾਂ ਨੂੰ ਕੀਤੇ ਹੋਏ ਵਾਅਦਿਆਂ ਤੋਂ ਕੇਂਦਰ ਸਰਕਾਰ ਨੇ ਉਹਦੇ ਮੌਕੇ ਦੀ ਨੇ ਠਿੱਲੂ ਦਿਖਾਤਾ ਸੀ, ਗੂਠਾ ਦਿਖਾਤਾ ਸੀਗਾ, ਮੰਗਾਂ ਨੂੰ ਨਹੀਂ ਮੰਨਿਆ ਗਿਆ ਸੀ। ਸਾਹਿਬ ਨੇ ਕਹਿਤਾ ਸੀ ਬਾਬਾ ਖੜਕ ਸਿੰਘ ਨੂੰ ਵੀ ਆ ਸਥਿਤੀ ਬਦਲ ਗਈ ਹੈ। ਬਾਬਾ ਜੀ ਸਥਿਤੀ ਬਦਲ ਗਈ ਹੈ, ਹਾਲਾਤ ਬਦਲ ਗਏ ਹੈ। ਤੇ ਔਰ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਦੇ ਵਿੱਚ ਹੋਂਦ 'ਚ ਆਇਆ ਸੀਗਾ, ਸੰਘਰਸ਼ ਦੇ ਵਿੱਚ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ, ਕੁਰਬਾਨੀਆਂ ਸੀਗੀਆਂ ਸਾਡੇ ਉਸ ਪੁਰਖਿਆਂ ਦੀਆਂ। ਫਿਰ ਪੰਜਾਬੀ ਸੂਬੇ ਦੀ ਗੱਲ ਚੱਲੀ, ਉਹ ਇੱਥੋਂ ਹੀ ਪੈਦਾ ਹੋਈ ਵੀ ਹੁਣ ਜੋ ਅਸੀਂ ਪਹਿਲਾਂ ਚਾਹੁੰਦੇ ਸੀ, ਪਹਿਲਾਂ ਵਾਅਦੇ ਕੀਤੇ ਸੀ, ਉਹ ਤਾਂ ਪੂਰੇ ਨਹੀਂ ਹੋਏ। ਤੇ ਪੰਜਾਬੀ ਸੂਬਾ 1966 ਦੇ ਵਿੱਚ, ਜੁਲਾਈ 1966 ਦੇ ਵਿੱਚ ਹੋਂਦ 'ਚ ਹੈ। ਇਹ ਕਾਰਨ ਹੀ ਇੱਥੋਂ ਸ਼ੁਰੂ ਹੋਇਆ ਵੀ ਅਸੀਂ, ਕਿਉਂਕਿ ਸਾਰਾ ਹਰਿਆਣਾ ਹਿਮਾਚਲ ਵਿੱਚ ਸੀਗਾ ਤੇ ਸਿੱਖ ਵੋਟ ਜਿਹੜੀ ਸੀਗੀ ਉਹ ਥੋੜੀ ਰਹਿ ਜਾਂਦੀ ਸੀ, ਘੱਟ ਸੀ। ਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਸੀ ਵੀ ਇੱਕ ਐਸਾ ਖਿੱਤਾ ਬਣੇ ਜਿੱਥੇ ਸਾਡੀ ਪੂਰੀ ਗਿਣਤੀ ਹੋਵੇ ਤੇ ਸਾਡਾ ਰਾਜ ਭਾਗ ਸੱਤਾ ਅਸੀਂ ਇੰਨਾ ਕੁ ਆਨੰਦ ਤਾਂ ਮਾਣ ਸਕੀ, ਚਾਹੇ ਭਾਰਤ ਸਰਕਾਰ ਦਾ ਇੱਕ ਸੂਬਾ ਅੰਗ ਬਣ ਕੇ ਮਾਣੀਏ। ਸਾਡਾ ਮਾਣ ਸਨਮਾਨ ਜਿਹੜਾ ਹੈਗਾ ਅਸੀਂ ਉਹ ਸਦਾ ਵੀ ਆਪਦਾ ਜਿਹੜਾ ਹੈਗਾ ਮਾਣੀਏ। ਉਸ ਖਿੱਤੇ ਦੇ ਵਿੱਚ ਸਿੱਖਾਂ ਦਾ ਰਾਜ ਹੋਵੇ, ਸਿੱਖ ਰਾਜ ਕਰ ਸਕਣ। ਬਿਲਕੁਲ ਸਿੱਖਾਂ ਦਾ ਰਾਜ ਹੋਵੇ। ਤੇ ਇਹਨਾਂ ਨੇ 66 ਦੇ ਵਿੱਚ ਪੰਜਾਬੀ ਸੂਬਾ ਬਣ ਗਿਆ। ਫਿਰ ਸੰਧੂ ਸਾਹਿਬ ਹੋਇਆ ਕੀ? ਦੇਖੋ 1971 ਦੀ ਚੋਣ ਦੇ ਵਿੱਚ ਜਿਹੜੀ ਲੋਕ ਸਭਾ ਦੀ ਚੋਣ ਹੋਈ, 1971 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਆਈ ਸੀ। ਮਤਲਬ 66 ਦੇ ਵਿੱਚ ਸੂਬੇ ਦਾ ਸੂਬੀ ਵੀ ਬਣਾ ਲਈ, ਛੋਟਾ ਜਿਹਾ ਸੂਬਾ ਬਣਾ ਕੇ, ਛੋਟਾ 13 ਤੋਂ ਸੀਟ ਇੱਕ ਆਈ ਜੀ ਲੋਕ ਸਭਾ ਦੀ ਜੀ। 72 ਦੇ ਵਿੱਚ ਵਿਧਾਨ ਸਭਾ ਚੋਣਾਂ ਆ ਗਈਆਂ ਜੀ। 72 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ 117 ਦੇ ਵਿੱਚੋਂ 24 ਸੀਟਾਂ ਆਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਜੀ। ਮੁੱਖ ਮੰਤਰੀ ਗਿਆਨੀ ਜੈਲ ਸਿੰਘ ਬਣੇ। ਤੇ ਸ਼੍ਰੋਮਣੀ ਅਕਾਲੀ ਦਲ ਬੜੀ ਘੋਰ ਨਿਰਾਸ਼ਾ 'ਚ ਚਲਿਆ ਗਿਆ ਵੀ ਜਿਸ ਕੰਮ ਲਈ ਆਪਾਂ ਐਡੇ ਵੱਡੀ ਸਲਤਨਤ ਨੂੰ, ਪੰਜਾਬ ਸੂਬੇ ਨੂੰ ਘਟਾ ਕੇ ਛੋਟਾ ਜਿਹਾ ਬਣਾ ਲਿਆ, ਜਿੱਥੇ ਕਹਿੰਦੇ ਸੀ ਸਾਡੀ ਵਸੋਂ ਹੈ, ਅਸੀਂ ਤਾਂ ਫਿਰ ਉੱਥੇ ਖੜੇ ਆ ਜੀ। ਉਹਦੇ ਲਈ ਫਿਰ ਇਹਨਾਂ ਨੇ ਇੱਕ ਮੰਥਨ ਕੀਤਾ ਜੀ, ਜੋ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਤੋਂ ਮਜ਼ਬੂਤ ਪਾਰਟੀ ਦਾ ਜਿਹੜਾ ਮੰਨਿਆ ਜਾਂਦਾ ਵੀ ਇਹ ਮਾਂ ਪਾਰਟੀ ਆ, ਇਹ ਲੋਕ ਹਿੱਤ ਦੀ ਗੱਲ ਕਰਦੀ ਆ, ਉਸ ਵੇਲੇ ਦੀ ਗੱਲ ਕਰਦਾ ਮੈਂ। ਹੁਣ ਵਾਲੀ ਵੇਲੇ ਤਾਂ ਆਪਾਂ ਫੇਰ ਆਵਾਂਗੇ। ਉਹਦੀ ਜਿਹੜੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਆਪਾਂ ਕਹਿ ਸਕਦੇ ਵੀ ਉਦੋਂ ਜਿਹੜੇ ਸਿੱਖ ਆਗੂ ਸੀ, ਸਾਰੇ ਸਿੱਖ ਆਗੂ ਸੀ, ਉਹਨਾਂ ਸਾਰਿਆਂ ਨੇ ਜੰਤਰ ਮੰਤਰ ਕਰਿਆ ਇਸ ਗੱਲ ਦਾ। ਹਾਂ, ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਘੋਲ ਤੇ ਉਸ ਤੋਂ ਬਾਅਦ ਜੋ ਸਾਹਮਣੇ ਆਉਂਦਾ ਸੀ, ਉਹਨਾਂ ਨੂੰ ਇਸ ਚੀਜ਼ ਦੇ ਲਈ ਫਿਰ ਵਿਚਾਰਨਾ ਪਿਆ ਜੀ। ਇੱਕ 12 ਮੈਂਬਰੀ ਕਮੇਟੀ ਬਣਾਈ ਗਈ ਜੀ ਮੰਥਨ ਕਰਨ ਵਾਸਤੇ, ਜਿਹਦੇ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਗੁਰਚਰਨ ਸਿੰਘ ਟੌੜਾ, ਔਰ ਜੀਵਨ ਸਿੰਘ ਉਮਰਾਨ ਨੰਗਲ ਤੇ ਬਲਵੰਤ ਸਿੰਘ ਜੋ ਵਿੱਤ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਦੇ ਵਿੱਚ, ਗਿਆਨ ਸਿੰਘ ਰਾੜੇਵਾਲਾ, ਪ੍ਰੇਮ ਸਿੰਘ ਲਾਲਪੁਰਾ, ਤੇ ਇਹਨਾਂ ਨੇ ਇੱਕ 12 ਮੈਂਬਰੀ ਕਮੇਟੀ ਬਣਾਈ ਮੰਥਨ ਕਰਨ ਵਾਸਤੇ। ਸਬ ਕਮੇਟੀ ਬਣਾਤੀ ਸ਼੍ਰੋਮਣੀ ਅਕਾਲੀ ਦਲ ਨੇ। ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਇਸ ਕਮੇਟੀ ਦੀ, ਉਹ ਅੰਮ੍ਰਿਤਸਰ ਵਿਖੇ ਹੋਈ।
ਮੈਂ ਕਿਹਾ ਇਹ ਜਾਂਦਾ ਜੀ ਵੀ ਉਦੋਂ ਮਤਲਬ ਮੈਂ ਉੱਥੇ ਸਰਦਾਰ ਹੋਣਾ। ਕਪੂਰ ਸਿੰਘ ਦੀ ਦੇਖ ਰੇਖ ਵੀ ਹੋਈ ਇਹਦੇ ਵਿੱਚ। ਤੇ ਉਹ ਵੀ ਤੁਹਾਡੀ ਬਿਲਕੁਲ ਸਹੀ ਕਿਹਾ ਵੀ ਸਰਦਾਰ ਕਪੂਰ ਸਿੰਘ ਜਿਹੜੇ ICS ਸੀਗੇ ਜੀ ਤੇ ਜਿਨ੍ਹਾਂ ਦਾ ਰਾਜਨੀਤੀ ਦੇ ਵਿੱਚ ਜਾਂ ਸਿੱਖ ਚਿੰਤਕ ਦੇ ਵਜੋਂ ਬੜਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਹੜੇ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਹਿੰਦੇ 56 ਦਿਨ ਹੋਏ ਸੀ, ਪਟੇਲ ਨੇ ਇੱਕ ਪੱਤਰ ਜਾਰੀ ਕੀਤਾ ਸੀ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਨੂੰ 200 ਕਿਲੋਮੀਟਰ ਦੂਰ ਰੱਖਿਆ ਜਾਵੇ। ਇਹ ਜੰਮੂ ਕਸ਼ਮੀਰ ਵਿਖੇ ਜ਼ਿਲ੍ਹਾ ਕਲੈਕਟਰ ਸੀਗੇ, ਇਹਨਾਂ ਨੇ ਉਸ ਗੱਲ ਦਾ ਜਿਹੜਾ ਲੀਕ ਕੀਤਾ, ਆਊਟ ਕੀਤੀ ਸੀ ਗੱਲ, ਵਿਰੋਧ ਕੀਤਾ ਸੀ, ਉਸ ਦੇ ਬਦਲੇ ਇਹਨਾਂ ਨੂੰ ਕਾਫੀ ਕੁਝ ਝੇਲਣਾ ਵੀ ਪਿਆ। ਉਹ ਬੜਾ ਜਿਹੜਾ ਸਿਆਣਾ ਸ਼ਖਸੀਅਤ ਸੀਗੇ, ਉਹ ਸਰਪ੍ਰਸਤੀ ਜਿਹੜੀ ਸੀਗੀ ਇਸ ਕਮੇਟੀ ਨੂੰ, ਸਬ ਕਮੇਟੀ ਨੂੰ ਸਰਦਾਰ ਕਪੂਰ ਸਿੰਘ ਦੀ ਸੀਗੀ। ਕਹਿਣ ਦਾ ਮਤਲਬ ਵੀ ਉਹ ਖਰੜਾ ਤਿਆਰ ਕਰਨ ਵੇਲੇ ਬਹੁਤ ਹੀ ਸੋਚ ਸਮਝ ਕੇ ਤਿਆਰ ਕੀਤਾ ਗਿਆ ਸੀ। ਪਹਿਲੀ ਮੀਟਿੰਗ ਅੰਮ੍ਰਿਤਸਰ ਵਿਖੇ ਹੋਈ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਫਿਰ ਇਹਨਾਂ ਨੇ ਜਗ੍ਹਾ ਬਦਲੀ, ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਜੀ ਤਕਰੀਬਨ 10 ਬੈਠਕਾਂ ਹੋਈਆਂ ਜੀ। 10 ਬੈਠਕਾਂ ਤੋਂ ਬਾਅਦ ਫਿਰ ਇੱਕ ਸਿੱਟੇ ਤੇ ਪਹੁੰਚੇ ਜੀ। ਜਿਹੜੀ ਅੰਤਲੀ ਮੀਟਿੰਗ ਸੀਗੀ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਜੀ। ਜਿੱਥੋਂ ਤੱਕ ਮੇਰੇ ਯਾਦ ਹੈ ਵੀ 16-17 ਅਕਤੂਬਰ 1973 ਦੀ ਗੱਲ ਹੈ ਜੀ। ਉਹ ਅੰਤਮ ਮੀਟਿੰਗ ਸੀ, ਉੱਥੇ ਅੰਤਮ ਖਰੜੇ ਨੂੰ ਰੂਪ ਦਿੱਤਾ ਗਿਆ ਸ੍ਰੀ ਅਨੰਦਪੁਰ ਸਾਹਿਬ ਜੀ। ਇਸ ਮਤੇ ਦਾ ਨਾਮ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਪਿਆ। ਤਾਂ ਅਸਲ ਮਤਲਬ ਉਹ ਜਿਹੜਾ ਸਾਰਾ ਖਰੜਾ ਸੀ ਉਹਦਾ ਅੰਤਮ ਰੂਪ ਹੈ ਜਿਹੜਾ ਅਨੰਦਪੁਰ ਸਾਹਿਬ ਦਿੱਤਾ ਗਿਆ। ਪਹਿਲਾਂ ਚੰਡੀਗੜ੍ਹ ਹੋਈਆਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਤੇ ਅੰਤਮ ਮੀਟਿੰਗ ਦਾ ਜਿਹੜਾ ਖਰੜੇ ਨੂੰ ਅੰਤਮ ਰੂਪ ਦਿੱਤਾ ਗਿਆ ਉਹ ਅਨੰਦਪੁਰ ਸਾਹਿਬ ਵਿਖੇ ਦਿੱਤਾ ਗਿਆ। ਅਨੰਦਪੁਰ ਸਾਹਿਬ ਦਾ ਮਤਾ ਇਹਦਾ ਨਾਂ ਇਹ ਪੈ ਗਿਆ। ਉਸ ਸਮੇਂ ਦੇ ਸਿੱਖ ਆਗੂਆਂ ਦੇ ਚਿੰਤਨ ਮੰਥਨ ਦੇ ਵਿੱਚੋਂ ਜਿਹੜਾ ਸਿੱਖਾਂ ਦੇ ਹੱਕਾਂ ਦੇ ਲਈ ਜਾਂ ਪੰਜਾਬ ਦੇ ਹੱਕਾਂ ਲਈ ਨਿਕਲਿਆ ਹੋਇਆ ਇੱਕ ਖਰੜਾ ਹੈਗਾ, ਉਹਨੂੰ ਅਨੰਦਪੁਰ ਸਾਹਿਬ ਆ ਕੇ ਅੰਤਮ ਰੂਪ ਦਿੱਤਾ ਗਿਆ। ਇਸੇ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਜਾਣਿਆ ਜਾਂਦਾ। 16-17 ਅਕਤੂਬਰ 1973 ਨੂੰ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ 1978 ਦੇ ਵਿੱਚ ਜੀ, ਇਹ 28-29 ਅਕਤੂਬਰ 1978 ਦੀ ਗੱਲ ਹੈ ਜੀ, ਜਦੋਂ ਲੁਧਿਆਣਾ ਵਿਖੇ ਸਰਬ ਭਾਰਤੀ ਸ਼੍ਰੋਮਣੀ ਅਕਾਲੀ ਦਲ ਦੀ 18ਵੀਂ ਕਾਨਫਰੰਸ, ਮੈਂ ਪੜ੍ਹਿਆ ਵੀ 18ਵੀਂ ਕਾਨਫਰੰਸ ਸੀਗੀ ਜੀ ਸ਼੍ਰੋਮਣੀ ਅਕਾਲੀ ਦਲ ਦੀ। ਉਹਦੇ ਵਿੱਚ 28 ਤੇ 29 ਅਕਤੂਬਰ 1978 ਨੂੰ ਜੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪ੍ਰਧਾਨਗੀ ਦੇ ਥੱਲੇ ਜੀ ਉਹ ਕਾਨਫਰੰਸ ਹੋਈ ਜੀ। ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਇਹ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉੱਥੇ ਅਕਾਲੀ ਦਲ ਦੀ ਵੱਡੀ ਕਾਨਫਰੰਸ ਦੇ ਵਿੱਚ ਪੇਸ਼ ਕੀਤਾ ਗਿਆ ਜੀ, ਤੇ ਉਹਦੀ ਪੁਸ਼ਟੀ ਕੀਤੀ, ਤਾਇਦ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਮੁੱਖ ਮੰਤਰੀ ਸੀਗੇ ਉਦੋਂ ਜੀ। ਉਹਨਾਂ ਨੇ ਤਾਇਦ ਕੀਤੀ। ਉਹ ਫਿਰ ਬੜੀ ਲੰਬੀ ਚੌੜੀ ਹੈਗੀ ਆ ਇੱਕ, ਉਹਨੂੰ ਮੈਂ ਜਿੰਨਾ ਕੁ ਪੜ੍ਹਿਆ ਸੰਧੂ ਸਾਹਿਬ, ਫੈਡਰਲ ਢਾਂਚੇ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ, ਤੇ ਇਕੱਲੇ ਪੰਜਾਬ ਦੀ ਨਹੀਂ, ਇਕੱਲੇ ਸ਼੍ਰੋਮਣੀ ਅਕਾਲੀ ਦਲ ਲਈ ਹੀ ਨਹੀਂ, ਸਮੁੱਚੇ ਹਿੰਦੁਸਤਾਨ ਦੇ ਸੂਬਿਆਂ ਦੇ ਵਾਸਤੇ ਇੱਕ ਬਹੁਤ ਵਧੀਆ। ਮੈਂ ਤਾਂ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਦੀ ਸਾਡੇ ਪੁਰਖਿਆਂ ਦੀ ਸੋਚ ਸੀ। ਸਾਡਾ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਸੀ ਇਕੱਲੀ ਆਪਦੀ ਨਹੀਂ, ਸਾਰੇ ਦੇਸ਼ ਦੀ ਖੁਸ਼ਹਾਲੀ ਵਾਸਤੇ ਸੀ ਜੀ। ਫੈਡਰਲ ਢਾਂਚਾ ਤਿਆਰ ਕੀਤਾ ਜਾਵੇ, ਕੁਝ ਅਹਿਮ ਮਹਿਕਮੇ ਨੇ ਜਿਹੜੇ ਉਹ ਕੇਂਦਰ ਸਰਕਾਰ ਦੇ ਅਧੀਨ ਹੋਣ, ਜਿਹਦੇ ਵਿੱਚ ਕਰੰਸੀ ਹੈਗੀ ਆ, ਡਿਫੈਂਸ ਹੈਗਾ, ਵਿਦੇਸ਼ ਨੀਤੀ ਹੈਗੀ ਆ, ਡਾਕ ਤੇ ਰੇਲਵੇ ਹੈਗੇ ਆ, ਉਹ ਕੇਂਦਰ ਸਰਕਾਰ ਦੇ ਅਧੀਨ ਹੋਣ। ਬਾਕੀ ਸਾਰੇ ਦਾ ਸਾਰਾ ਜਿਹੜਾ ਅਧਿਕਾਰ ਉਹ ਸੂਬਾ ਸਰਕਾਰਾਂ ਕੋਲੇ ਹੋਵੇ, ਇਕੱਲੇ ਪੰਜਾਬ ਕੋਲੇ ਨਹੀਂ, ਬਾਕੀ ਸੂਬਿਆਂ ਕੋਲੇ ਵੀ ਹੋਵੇ। ਇਹ ਬਹੁਤ ਵੱਡੀ ਸੀ, ਸਾਰੇ ਵਰਗਾਂ ਨੂੰ ਲਿਆ ਉਹਨਾਂ ਨੇ ਵਿੱਚ। ਆਪਾਂ ਇਹਦੇ ਤੇ ਚਰਚਾ ਕਰਾਂਗੇ। ਉਹਨਾਂ ਨੇ ਕਿਸਾਨੀ ਨੂੰ ਵੀ ਲਿਆ, ਉਹਨਾਂ ਨੇ ਵਪਾਰੀਆਂ ਨੂੰ ਵੀ ਲਿਆ, ਉਹਨਾਂ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਸੀਗੇ, ਸ਼ਡਿਊਲ ਕਾਸਟ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੂੰ ਰਿਜ਼ਕ ਨਹੀਂ ਸੀ ਮਿਲਦਾ, ਉਹਨਾਂ ਦੇ ਵਾਸਤੇ ਬਹੁਤ ਕੁਝ ਸਹੂਲਤਾਂ ਲੈ ਕੇ ਆਏ ਸੀ। ਬੜਾ ਸੋਹਣਾ ਸੀ, ਮੈਂ ਤਾਂ ਪੜ੍ਹ ਕੇ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਦੀ ਮੰਗ ਸੀ, ਚੰਗੀ ਗੱਲ ਸੀ। ਵੈਸੇ ਜਿੰਨਾ ਕਿ ਮੈਂ ਵੀ ਇਹਦੇ ਬਾਰੇ ਦੇਖਿਆ ਜੀ, ਪਤਾ ਇਹ ਲੱਗਦਾ ਵੀ 3 ਗੱਲਾਂ ਦੇ ਉੱਪਰ ਇਹ ਕੇਂਦਰਿਤ ਰਿਹਾ। ਪਹਿਲਾ ਸੀਗਾ ਵੀ ਜਿਹੜਾ ਮਤਲਬ ਪੰਜਾਬੀ ਦਾ ਖਿੱਤਾ ਹੈ, ਜਿਹਦੇ ਵਿੱਚ ਸਿੱਖ ਆਪਣਾ ਜਿਹਨੂੰ ਆਪਾਂ ਕਹਿੰਦੇ ਆ ਵੀ ਆਪਣਾ ਨਿੱਘ ਮਾਣ ਸਕਣ ਆਜ਼ਾਦੀ ਦਾ, ਉਹ ਇਹਨਾਂ ਨੇ ਖਿੱਤੇ ਦੀ ਮੰਗ ਕੀਤੀ, ਆਜ਼ਾਦ ਖਿੱਤੇ ਦੀ। ਤੇ ਉਹਦੇ ਵਿੱਚ ਮਤਲਬ ਮੈਂ ਉਹੀ ਗੱਲ ਕੀਤੀ ਸੰਧੂ ਸਾਹਿਬ, ਜਿਹੜੀ ਗੱਲ ਤਾਂ ਮਾਣ ਦੀ ਹੋ ਗਈ ਨਾ, ਜਦੋਂ ਸੂਬੇ ਤੋਂ ਸੂਬੀ ਬਣਾ ਕੇ ਵੀ ਸਾਡੀ ਸਰਕਾਰ ਸੱਤਾ ਨਹੀਂ ਆਈ, ਮਾਣ ਸਨਮਾਨ ਸਾਡਾ ਖਤਮ ਹੋ ਗਿਆ। ਬਾਅਦ ਇਹਨਾਂ ਨੇ ਮਤਲਬ ਉਹ ਖਿੱਤੇ ਦੇ ਵਿੱਚ ਇਲਾਕੇ ਕਿਹੜੇ ਹੋਣ, ਤੇ ਉਹਦੇ ਵਿੱਚ ਮਤਲਬ ਜਿਹੜਾ ਕਿਸ ਤਰ੍ਹਾਂ ਦੀਆਂ ਸਹੂਲਤਾਂ ਹੋਣ, ਜਿਵੇਂ ਤੁਸੀਂ 3 ਚੀਜ਼ਾਂ ਤੋਂ ਛੱਡ ਕੇ ਬਾਕੀ ਸਾਰੇ ਪ੍ਰਬੰਧ ਇਹ ਮੰਗੇ ਗਏ ਸੀ। ਤੇ ਇਹਦਾ ਜੇ ਆਪਾਂ ਮਤਲਬ ਜਿਹੜਾ ਮਤਾ ਪਾਸ ਹੋਇਆ, ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਅਸਲ ਜਿਹੜਾ ਹੈ ਇਹਦਾ ਮੋਟਿਵ ਸੀ, ਜਿਹੜਾ ਮਕਸਦ ਸੀਗਾ,
ਉਹ ਪੰਜਾਬ ਦੀ ਬਿਹਤਰੀ ਸੀਗਾ। ਬਿਲਕੁਲ। ਪਰ ਇਹਨੂੰ ਸਿੱਖਾਂ ਦਾ ਮਤ ਹੀ ਕਿਉਂ ਬਣਾ ਕੇ ਰੱਖ ਦਿੱਤਾ ਹੈ? ਇਹਦੇ ਵਿੱਚ ਮਤਲਬ ਜਿਹੜਾ ਹੋਰ ਵਰਗ ਨੇ ਉਹਨਾਂ ਲਈ ਵੀ ਬਹੁਤ ਗੱਲਾਂ ਕੀਤੀਆਂ ਗਈਆਂ, ਖਾਸ ਕਰਕੇ ਵਪਾਰੀ ਵਰਗ ਦੀ ਗੱਲ ਕਰੀਏ ਆਪਾਂ, ਵਪਾਰੀ ਵਰਗ ਲਈ ਬੜੀ ਵੱਡੀਆਂ ਮੰਗਾਂ ਸੀਗੀਆਂ। ਜਿਹੜਾ ਦਲਿਤ ਵਰਗ ਆ, ਮਜ਼ਦੂਰਾਂ ਲਈ ਬਹੁਤ ਵੱਡੀਆਂ ਮੰਗਾਂ ਸੀਗੀਆਂ ਇਹਦੇ ਵਿੱਚ, ਜਿਹੜਾ ਇਸ ਤਰ੍ਹਾਂ ਦਾ ਇਸ ਮਤੇ ਦੇ ਵਿੱਚ ਸੀ। ਪਰ ਇਹਨੂੰ ਇਕੱਲੇ ਸਿੱਖਾਂ ਦਾ ਕਿਉਂ ਬਣਾ ਕੇ ਰੱਖ ਦਿੱਤਾ? ਇਹਦੇ ਵਿੱਚ ਮੈਂ ਸਮਝੂਗਾ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਚਾਰ ਨਹੀਂ ਸਕਿਆ, ਦੱਸ ਨਹੀਂ ਸਕਿਆ ਵੀ ਅਸੀਂ ਇਹ ਅਨੰਦਪੁਰ ਸਾਹਿਬ ਦਾ ਇੱਕ ਮਤਾ ਅੱਜ ਜੇ ਕਿਸੇ ਨੂੰ ਪੁੱਛ ਲਓ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਪਤਾ, ਚੰਗੇ ਨੂੰ, ਮੈਂ ਇੱਥੋਂ ਤੱਕ ਦਾਅਵਾ ਕਰਦਾ ਵੀ ਜ਼ਿਲ੍ਹਾ ਜਥੇਦਾਰ ਹੋਊਗਾ ਜਿਹੜਾ ਕੋਈ, ਉਹਨੂੰ ਵੀ ਨਹੀਂ ਪਤਾ। ਇਹ ਆਮ ਲੋਕਾਂ ਨੂੰ ਇੱਕ ਨਾ ਇਹ ਇੱਕ ਬੰਬ ਦੇ ਰੂਪ ਦੇ ਵਿੱਚ ਹੀ ਲੱਗਦਾ, ਪਤਾ ਨਹੀਂ ਜੇ ਅਨੰਦਪੁਰ ਸਾਹਿਬ ਦਾ ਮਤਾ ਆ ਗਿਆ ਤੇ ਪਤਾ ਨਹੀਂ ਦੇਸ਼ ਦੀ ਅਖੰਡਤਾ ਤੇ ਇਹਦੀ ਹੈਗੀ ਆ ਕੌਮੀ ਸੁਰੱਖਿਆ ਨੂੰ ਕੋਈ ਖਤਰਾ ਹੋ ਜੂ। ਸ਼੍ਰੋਮਣੀ ਅਕਾਲੀ ਦਲ ਜੇ ਕਿਤੇ ਦੱਸਦਾ, ਇਹ ਸਾਧਨ ਬਹੁਤ ਨੇ ਅੱਜ ਕੱਲ੍ਹ, ਤਾਂ ਹੁਣ ਵੀ ਸਾਧਨ ਹੈਗੇ ਆ, ਜੇ ਸ਼੍ਰੋਮਣੀ ਅਕਾਲੀ ਦਲ ਇਹਨੂੰ ਦੱਸਦਾ ਤਾਂ ਮੈਨੂੰ ਲੱਗਦਾ ਬਾਕੀ ਦੇ ਸੂਬਿਆਂ ਨੇ ਵੀ ਇਹਦੀ ਪ੍ਰੋੜਤਾ ਕਰਨੀ ਸੀ। ਉਦੋਂ ਵੀ ਕੀਤਾ, ਆਪਾਂ ਚਰਚਾ ਕਰਾਂਗੇ, ਉਦੋਂ ਵੀ ਕੀਤੀ ਹੈ, ਚੰਗੀਆਂ ਪਾਰਟੀਆਂ ਨੇ ਕੀਤੇ ਵੀ ਹੋਣਾ ਚਾਹੀਦਾ। ਕੇਂਦਰ ਸਰਕਾਰ ਕੋਲ ਜਿਹੜੀ ਪਾਵਰ ਹੈਗੀ ਹੈ, ਸ਼ਕਤੀ ਹੈ, ਉਹਦਾ ਵਿਕੇਂਦਰੀਕਰਨ ਹੋਣਾ ਚਾਹੀਦਾ। ਉਹ ਪਾਵਰਾਂ ਦਾ ਵਿਕੇਂਦਰੀਕਰਨ ਹੋਵੇ, ਸੂਬਾ ਸਰਕਾਰਾਂ ਕੋਲ ਅਧਿਕਾਰ ਹੋਵੇ। ਵੱਧ ਫਾਇਦਾ ਤਾਂ ਵਪਾਰ ਦੇ ਵਿੱਚ ਵਪਾਰੀ ਲੋਕਾਂ ਨੂੰ ਹੋਣਾ ਸੀ। ਵਪਾਰੀ ਲੋਕ ਸਾਡੇ ਹਿੰਦੂ ਭਰਾ ਨੇ ਜ਼ਿਆਦਾ ਵਪਾਰ ਕਰਨ ਜਾਣਦੇ ਨੇ ਤੇ ਉਹਨਾਂ ਨੂੰ ਵੱਡਾ ਫਾਇਦਾ ਹੋਣਾ ਸੀ। ਉਹਨਾਂ ਨੇ ਵੀ ਕਦੇ ਨਹੀਂ ਕਿਹਾ, ਪੁਸ਼ਟੀ ਕੀਤੀ ਤੇ ਇਹਨਾਂ ਨੇ ਕੋਈ ਦੱਸਿਆ ਵੀ ਨਹੀਂ ਹੈਗਾ। ਦੋਨਾਂ ਪਾਸੇ ਲਾ ਲਓ, ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਜਾਣਨ ਦੀ, ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਤਾਂ ਇੱਥੇ ਤੱਕ ਪਹੁੰਚ ਗਈ ਗੱਲ ਇਹਦੀ। ਜੇ ਕਿਤੇ ਲਾਗੂ ਹੋ ਜਾਂਦਾ ਮੈਨੂੰ ਲੱਗਦਾ ਸਾਰੇ ਹਿੰਦੁਸਤਾਨ ਨੂੰ ਫਾਇਦਾ ਹੋਣਾ ਸੀਗਾ। ਜੀ ਬਿਲਕੁਲ ਜੀ। ਇਹ ਹੈ ਇਹਦਾ ਜੇ ਆਪਾਂ ਅਸਲ ਵਿਸਥਾਰ ਦੇ ਨਾਲ, ਚਲੋ ਉਹਨਾਂ ਤੋਂ ਤਾਂ ਨਹੀਂ ਦੱਸਿਆ ਗਿਆ, ਜੇ ਆਪਾਂ ਇਹਦੇ ਵਿੱਚੋਂ ਅੱਜ ਆਪਣੇ ਪਾਠਕਾਂ ਨੂੰ, ਆਪਣੇ ਦਰਸ਼ਕਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀਏ ਵੀ ਇਹਦੇ ਵਿੱਚ ਅਸਲ ਹੈ ਕੀ ਹੈ। ਇਹਦੇ ਵਿੱਚ ਜਿਹੜਾ ਹੈਗਾ, ਆਪਾਂ ਪਹਿਲਾਂ ਜਿਵੇਂ ਜ਼ਿਕਰ ਕੀਤਾ, ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਐਂ ਲੱਗਿਆ ਵੀ ਅਸੀਂ ਤਾਂ ਯਾਰ ਠੱਗੇ ਜੇ ਗਏ, ਤਾਂ ਇਹ ਮਤਾ ਲੈ ਕੇ ਆਏ। ਬਹੁਤ ਸੋਹਣਾ ਜਿਹੜਾ ਹੈਗੇ ਚ ਮਤਿਆਂ ਦੇ ਰੂਪ ਚ ਪ੍ਰਵਾਨ ਵੀ ਕੀਤਾ ਗਿਆ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਖ, ਸੀਰਤ ਤੇ ਸੂਰਤ ਵੀ ਬੜੀ ਵਧੀਆ ਸੀ। ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਦਾਰ ਜਦੋਂ ਕਿਤੇ ਸੱਥ ਵਿੱਚ ਦੀ ਲੰਘਦਾ ਸੀ ਜਾਂ ਆ ਜਾਂਦਾ ਸੀ ਨਾ, ਸਾਰੇ ਖੜੇ ਹੋ ਕੇ ਫਤਿਹ ਬੁਲਾਉਂਦੇ ਸੀ ਤੇ ਕੁਝ ਲੋਕ ਤਾਂ ਜੁੱਤੀ ਲਾ ਕੇ ਫਤਿਹ ਬੁਲਾਉਂਦੇ ਸੀ। ਇੰਨਾ ਸਤਿਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰਾਂ ਦਾ ਉਹਨਾਂ ਵੇਲੇ। ਇਹ ਤਿਆਰ ਕੀਤਾ ਗਿਆ, ਤੁਸੀਂ ਜ਼ਿਕਰ ਕੀਤਾ ਵੀ ਇਹਦੀ ਰੂਪ ਰੇਖਾ ਕੀ ਸੀਗੀ। ਉਹਦੇ ਚ ਇਹ ਮਤੇ ਦੇ ਵਿੱਚ ਜਿਹੜੇ ਮੋਟੀਆਂ ਗੱਲਾਂ ਆਪਾਂ ਜ਼ਿਕਰ ਕਰਾਂਗੇ, ਆਪਾਂ ਡਾਕੂਮੈਂਟ ਦਾ ਵੀ ਸਹਾਰਾ ਲਵਾਂਗੇ। ਕਾਪੀ ਹੈ ਜਿਹੜੀ ਸ਼੍ਰੋਮਣੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਹੈ ਤੇ ਮੈਂ ਤੁਹਾਨੂੰ ਵੀ ਕਾਪੀ ਦਿੱਤੀ ਹੈ ਇਹਦੀ। ਤੇ ਇਹਦੇ ਵਿੱਚ ਉਹਨਾਂ ਨੇ ਇਹ ਮਹਿਸੂਸ ਕੀਤਾ ਸੀਗਾ 1699 ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ। ਉਸ ਵੇਲੇ ਉਦੋਂ ਤੋਂ ਲੈ ਕੇ ਹੀ ਇਤਿਹਾਸਕ ਤੌਰ ਤੇ ਇਹਨੂੰ ਇੱਕ ਰਾਜਨੀਤਿਕ ਕੌਮ ਮੰਨ ਲਿਆ ਸੀਗਾ। ਉਦੋਂ ਮੌਕੇ ਦੇ ਹਕੂਮਤ ਸਿੱਖ ਕੌਮ ਨੇ ਇੱਕ ਰਾਜਨੀਤਿਕ ਕੌਮ ਮੰਨ ਲਿਆ ਸੀਗਾ। ਜਿਹੜਾ ਇਹ ਦਰਜਾ ਸੀਗਾ, ਇਹ ਅੰਤਰਰਾਸ਼ਟਰੀ ਪੱਧਰ ਤੱਕ ਵੀ ਪ੍ਰਵਾਨ ਕਰ ਲਿਆ ਸੀ, ਜਿਹਦੇ ਵਿੱਚ ਆ ਕੁਝ ਦੇਸ਼ ਵੀ ਲਿਖੇ ਨੇ, ਫਰਾਂਸ, ਇੰਗਲੈਂਡ, ਇਟਲੀ, ਰੂਸ, ਪਰਸ਼ੀਆ, ਜਿਹੜਾ ਈਰਾਨ ਹੈਗਾ, ਅਫਗਾਨਿਸਤਾਨ, ਨੇਪਾਲ ਤੇ ਕੰਪਨੀ ਬਹਾਦਰ ਫੋਰਟ ਵਿਲੀਅਮ ਕਲਕੱਤਾ ਵੱਲੋਂ 19ਵੀਂ ਸਦੀ ਦੇ ਅੱਧ ਤੱਕ ਇਹਨੂੰ ਪ੍ਰਵਾਨ ਕਰ ਲਿਆ ਸੀ ਵੀ ਸਿੱਖ ਕੌਮ ਜਿਹੜੀ ਹੈਗੀ ਆ ਰਾਜਨੀਤਿਕ ਕੌਮ ਤੌਰ ਤੇ ਵੱਖਰੀ ਮੰਨ ਲਈ ਸੀਗੀ, ਪੋਲੀਟੀਕਲ ਨੇਸ਼ਨ ਮੰਨ ਲਿਆ ਸੀਗਾ ਨੇ। ਉਸ ਤੋਂ ਬਾਅਦ ਫਿਰ 20ਵੀਂ ਸਦੀ ਦੇ ਅੱਧ ਵਿੱਚ ਜਿਹੜੇ ਇੱਥੋਂ ਅੰਗਰੇਜ਼ ਛੱਡ ਕੇ ਗਏ, 47 ਦੀ ਗੱਲ ਕਰਦਾ ਮੈਂ, ਉਹ ਵੀ ਮੰਨਦੇ। ਹਿੰਦੂ ਕਾਂਗਰਸ ਤੇ ਮੁਸਲਿਮ ਲੀਗ ਇੰਡੀਅਨ ਵੱਲੋਂ ਵੀ ਪ੍ਰਵਾਨ ਕੀਤਾ ਗਿਆ ਇਹ ਮਤੇ ਨੂੰ, ਮੰਨਿਆ ਗਿਆ। ਇਸ ਗੱਲ ਨੂੰ ਮੰਨਿਆ ਗਿਆ ਵੀ ਸਿੱਖ ਕੌਮ ਜਿਹੜੀ ਹੈਗੀ ਆ ਉਹ ਰਾਜਨੀਤਿਕ ਤੌਰ ਤੇ ਆਜ਼ਾਦ ਹੈ। ਫਿਰ ਜਿਹੜੀ ਹੈਗੀ ਆ 1950 ਦੇ ਵਿੱਚ ਪੰਗਾ ਪੈ ਗਿਆ। ਸਾਡੇ ਸੰਵਿਧਾਨ ਲਿਖਿਆ ਗਿਆ, ਲਾਗੂ ਹੋਇਆ, ਭਾਰਤ ਸਰਕਾਰ ਦਾ ਨਵਾਂ ਸੰਵਿਧਾਨ ਲਾਗੂ ਹੋਇਆ 1950 ਦੇ ਵਿੱਚ। ਉਦੋਂ ਤੋਂ ਲਾ ਕੇ ਜਦੋਂ ਲਿਖਿਆ ਗਿਆ ਨਾ, ਜਿਹੜੇ ਸਿਆਣੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਸਿੱਖ ਆਗੂ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਤਾਂ ਸਾਰਾ ਸਾਨੂੰ ਇੱਕ ਖਾਰੇ ਸਮੁੰਦਰ ਦੇ ਵਿੱਚ ਡੁਬੋਤਾ। ਹੋਰਾਂ ਨੂੰ ਵੀ ਡੁਬੋਤਾ, ਖਾਸ ਕਰਕੇ ਸਿੱਖਾਂ ਨੂੰ ਤਾਂ ਇੱਕ ਖਾਰੇ ਸਮੁੰਦਰ ਦੇ ਵਿੱਚ ਚੱਕ ਕੇ ਛੱਡਤਾ। ਉਦੋਂ ਮਹਿਸੂਸ ਕਰਕੇ ਸੀ। ਉਸੇ ਗੱਲ ਨੂੰ ਲੈ ਕੇ ਜਿਹੜਾ ਸੀਗਾ ਫਿਰ ਲੋਕ ਸਭਾ ਦੇ ਵਿੱਚ 1950 ਦੇ ਵਿੱਚ ਜਿਹੜਾ ਕਾਨੂੰਨ ਬਣਾਇਆ ਗਿਆ ਭਾਰਤ ਸਰਕਾਰ ਵੱਲੋਂ, ਉਹਦੇ ਤੇ ਸਾਡੇ ਜਿਹੜੇ ਪ੍ਰਤੀਨਿਧ ਸੀਗੇ ਅਕਾਲੀ ਦਲ ਦੇ, ਲਾ ਲਓ ਸਿੱਖ ਕੌਮ ਦੇ ਪ੍ਰਤੀਨਿਧ ਸੀ,
ਲੋਕ ਸਭਾ ਦੇ ਉਹ ਕਾਨੂੰਨ ਦੇ ਉੱਪਰ ਇਹਨਾਂ ਨੇ ਸਾਈਨ ਨਹੀਂ ਸੀ ਕੀਤੇ, ਸਰਦਾਰ ਦਸਤਖਤ ਹੁਕਮ ਨਹੀਂ ਸੀ। ਸਿੰਘ ਹੋਣੀ ਸ਼ਾਇਦ ਉਸ ਨਾ, ਮੈਂਬਰ ਸੀਗੇ। ਹਾਂ ਮੈਂਬਰ ਸੀਗੇ ਤੇ ਕਾਨੂੰਨ ਉਹਨਾਂ ਘਾੜ ਨੇ ਨਹੀਂ ਹਾਂ ਸੀ। ਕਾਨੂੰਨ ਘਾੜਨੀ ਜਿਹੜੀ ਉੱਥੇ ਸਭਾ ਲੋਕ ਬਣੀ ਸਭਾ ਹੈ ਹਾਂਜੀ। ਉਹਦੇ ਵਿੱਚ ਦਸਤਖਤ ਕਰਨ ਤੋਂ ਇਨਕਾਰ ਕਰਤਾ ਸੀ ਵੀ ਜੀ। ਸਾਨੂੰ ਇਹ ਪ੍ਰਵਾਨ ਨਹੀਂ ਹੈਗਾ, ਜੀ, ਜੀ। ਜਿਹੜਾ ਤੁਸੀਂ ਕਿਹੜਾ ਸਾਡੇ ਜਿਹੜੀਆਂ ਮਤਲਬ ਸਾਡੀਆਂ ਮੰਗਾਂ ਨੇ ਉਹ ਜਿਹੜਾ ਅੱਜ ਭਾਰਤ ਅੱਜ ਦਾ ਸੰਵਿਧਾਨ ਹੈ ਇਹਨੂੰ ਸਿੱਖਾਂ ਨੇ ਪ੍ਰਵਾਨ ਹੀ ਨਹੀਂ ਕੀਤਾ। ਪ੍ਰਵਾਨ ਹੀ ਨਹੀਂ ਸੀ ਕੀਤਾ। ਜੀ। ਉਹਨੇ ਫਿਰ ਜਿਹੜੀਆਂ ਹੈਗੀਆਂ ਫਿਰ ਇਸ ਕਰਕੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਵੀ ਜਿਹੜੇ ਸਿੱਖ ਨੇ ਇਹ ਮੰਗ ਕਰਦੇ ਨੇ, ਪਹਿਲੀ ਇਹ ਕਿ ਸਾਨੂੰ ਇੱਕ ਖੁਦ ਮੁਖਤਾਰ ਖੇਤਰ ਦਿੱਤਾ ਜਾਵੇ। ਜੀ ਖੁਦ ਮੁਖਤਿਆਰ ਜਾਨੀ ਸਾਡਾ ਇੱਕ ਏਰੀਆ ਹੋਵੇ ਜੀ ਤੇ ਉਹਦੇ ਵਿੱਚ ਪੰਜਾਬ, ਹਰਿਆਣਾ, ਕਰਨਾਲ ਤੇ ਅੰਬਾਲਾ ਜ਼ਿਲ੍ਹੇ ਦੇ, ਹਿਮਾਚਲ, ਕਾਂਗੜਾ ਜ਼ਿਲ੍ਹਾ, ਚੰਡੀਗੜ੍ਹ, ਪੰਜੌਰ, ਕਾਲਕਾ, ਡਲਹੌਜੀ, ਨਾਲਾਗੜ੍ਹ, ਦੇਸ਼, ਸਿਰਸਾ, ਗੂਲਾ, ਰਤੀਆ ਇਲਾਕੇ, ਰਾਜਸਥਾਨ, ਗੰਗਾਨਗਰ ਦੀਆਂ 6 ਤਹਿਸੀਲਾਂ ਜਿਹੜੀਆਂ ਹੈਗੀਆਂ ਜੀ ਜੀ ਉਹ ਇਹਦੇ ਨਾਲ ਸਿੱਖਵਾਦੀ ਵਾਲੀ ਵਸੂਆਂ ਜਿਹੜੀ ਹੈਗੀ ਆ ਜੀ। ਉਹ ਇੱਕ ਖੁਦ ਮੁਖਤਾਰ ਖੇਤਰ ਬਣਾ ਕੇ ਜੀ। ਯੂਨੀਅਨ ਆਫ ਇੰਡੀਆ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ ਜਾਵੇ। ਕਦੇ ਵੱਖ ਹੋਣ ਦੀ ਵੀ ਗੱਲ ਨਹੀਂ ਹੈ, ਨਾ, ਜਿਹੜਾ ਇਹਨੂੰ ਨਾ, ਵੱਖਵਾਦੀ ਪ੍ਰਚਾਰਿਆ ਜਾਂਦਾ ਹੈ, ਨਹੀਂ, ਇਹ ਵੱਖਵਾਦੀ, ਮਤਲਬ ਇੱਥੇ ਆ ਬਿਲਕੁਲ ਕੇ ਨਹੀਂ। ਬੜੀ ਨਹੀਂ। ਵੱਡੀ ਗੱਲ ਹੈ ਇਹ ਵੀ ਨਹੀਂ, ਜਿਹੜਾ ਸੰਧੂ ਸਾਹਿਬ ਬਿਲਕੁਲ ਯੂਨੀਅਨ ਆਫ ਨਹੀਂ। ਇੰਡੀਆ ਦਾ ਹਾਂ। ਅਨਿੱਖੜਵਾਂ ਅੰਗ। ਅਨਿੱਖੜਵਾਂ ਅੰਗ ਵੀ ਰਹਾਂਗੇ ਨਾਲ, ਹਾਂ ਰਹਾਂਗੇ ਨਾਲ, ਰਹਾਂਗੇ ਇੱਜ਼ਤ ਦੇਸ਼ ਨਾਲ। ਦੀ ਆਜ਼ਾਦੀ 'ਚ ਯੋਗਦਾਨ ਪਾਇਆ ਹੈ। ਹਾਂ। ਅਸੀਂ ਭਰਾ ਬਣ ਕੇ ਰਹਾਂਗੇ, ਅਸੀਂ ਆਪਦਾ ਬਣਦਾ ਫਰਜ਼ ਨਿਭਾਵਾਂਗੇ ਇਸ ਦੇਸ਼ ਪ੍ਰਤੀ। ਇੱਕ ਐਸੇ ਏਰੀਏ ਦੇ ਵਿੱਚ ਸਾਨੂੰ ਇੱਕ ਮਾਣ ਸਨਮਾਨ ਮਿਲੇ, ਏਰੀਆ ਹੋਵੇ, ਬਿਲਕੁਲ। ਅਨਿੱਖੜਵਾਂ ਅੰਗ ਬਣਾਇਆ ਜਾਵੇ। ਇਹ ਜਿਹੜਾ ਮਤਲਬ ਇਹਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਪ੍ਰਚਾਰਿਆ ਜਾਂਦਾ, ਉਹ ਬਿਲਕੁਲ ਹੀ ਨਿਰਮੂਲ ਤੇ ਬਿਲਕੁਲ ਝੂਠਾ ਪ੍ਰਚਾਰ ਬਿਲਕੁਲ ਹੈ। ਨਰਮੂਲ, ਕਿਸੇ ਨੇ ਪੜ੍ਹੇ ਨਹੀਂ। ਜੀ ਜੀ ਬਿਲਕੁਲ ਪੜ੍ਹੇ ਨਹੀਂ। ਜਦੋਂ ਤੋਂ ਲਾ ਕੇ ਮੈਂ ਪੜ੍ਹਨ ਲੱਗਿਆਗਾ ਉਦੋਂ ਪਹਿਲਾਂ ਤਾਂ ਮੈਨੂੰ ਵੀ ਨਹੀਂ ਸੀ ਪਤਾ। ਜੀ ਜੀ ਜਦੋਂ ਮੈਂ ਪੜ੍ਹਿਆ ਯਾਰ ਇਹ ਤਾਂ ਮਸਲਾ ਜਿਹੜਾ ਹੈ ਤਾਂ ਕੁਝ ਹੋਰ ਹੀ ਸੀਗਾ। ਜੀ ਜੀ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਸਿੱਖ ਆਗੂ ਹੋਰ ਵੀ ਹੈਗੇ, ਬਹੁਤ ਪਾਰਟੀਆਂ ਨੇ ਅੱਜਕੱਲ ਤਾਂ ਜੀ। ਨਵੀਆਂ ਵੀ ਬਣੀ ਜਾਂਦੀਆਂ ਨੇਗੀਆਂ। ਕਿਸੇ ਨੂੰ ਪਤਾ ਨਹੀਂ ਜਾਂ ਉਹ ਦੱਸਣਾ ਨਹੀਂ ਚਾਹੁੰਦੇ ਜਾਂ ਕੋਈ ਮੌਕਾ ਹੀ ਨਹੀਂ ਲੱਗਦਾ ਦੱਸਣ ਦਾ। ਬਿਲਕੁਲ। ਮੈਨੂੰ ਇਸ ਚੀਜ਼ ਦੀ ਮਤਲਬ ਚਿੰਤਾ ਵੀ ਹੈਗੀ ਵੀ ਕਿਉਂ ਨਹੀਂ ਲੈ ਕੇ ਆਂਦਾ ਇਹ, ਜੀ ਜੀ ਦੱਸਣਾ ਚਾਹੀਦਾ ਸੀ। ਉਹਦੇ ਵਿੱਚ ਜਿਹੜੀ ਤੀਸਰੀ ਗੱਲ ਕੀਤੀ ਸੀਗੀ, ਇਹ ਖਿੱਤਾ ਤਾਂ ਹੋ ਗਿਆ ਵੀ ਹਾਂ। ਖਿੱਤੇ ਦੇ ਵਿੱਚ ਸਾਨੂੰ ਕੀ ਮਤਲਬ ਰਾਜਨੀਤਿਕ ਤੌਰ ਤੇ ਸਾਨੂੰ ਖੁੱਲ੍ਹ ਕੀ ਚਾਹੀਦੀ ਹੈ, ਅਸੀਂ ਕਿਸ ਤਰ੍ਹਾਂ ਵਿਚਰਨਾ ਇਹਦੇ 'ਚ। ਉਹਦੇ 'ਚ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ, ਇਹਨਾਂ ਨੇ ਲਿਖਿਆ ਵੀ ਖੁਦ ਮੁਖਤਾਰ ਖੇਤਰ ਦੇ ਵਿੱਚ ਸਾਨੂੰ ਅੰਦਰੂਨੀ ਸੰਵਿਧਾਨ ਦੀਆਂ ਮੁੱਢਲੀਆਂ ਸ਼ਕਤੀਆਂ ਨਾਲ ਜਿਹੜਾ ਹੈਗਾ ਬਣਾਉਣ ਲਈ ਅਧਿਕਾਰ ਹੋਵੇ ਸਾਡੇ ਕੋਲੇ। ਜੀ ਅੰਦਰੂਨੀ ਸ਼ਕਤੀਆਂ ਇਸ ਖਿੱਤੇ ਦਾ ਸੰਵਿਧਾਨ ਅਸੀਂ ਹਾਂ। ਆਪ ਬਣਾਈਏ। ਆ ਬਣਾਈਏ। ਜੀ। ਖਾਸ ਕਰਕੇ ਜਿਹੜਾ ਵਪਾਰ ਹੈਗਾ, ਹਾਂ। ਕੁਝ ਖਾਸ ਜਿਵੇਂ ਆਪਾਂ ਜ਼ਿਕਰ ਕੀਤਾ, ਕੁਝ ਖਾਸ ਮਹਿਕਮੇ ਨੇ ਜਿਹਦੇ ਵਿੱਚ ਵਿਦੇਸ਼ ਨੀਤੀ ਆ ਰੱਖਿਆ ਗਈ, ਆਮ ਸੰਚਾਰ ਹੈਗਾ ਤੇ ਕਰੰਸੀ ਹੈਗੀ ਉਹ ਜਿਹੜੇ ਹੈਗੇ ਆ ਸੈਂਟਰ ਸਰਕਾਰ ਕੋਲੇ ਹੋਣ। ਫੈਡਰਲ ਢਾਂਚਾ ਬਣੇ ਜਿਵੇਂ ਬਾਹਰਲੇ ਮੁਲਕਾਂ 'ਚ ਕੈਨੇਡਾ ਵਗੈਰਾ ਹੈਗੇ ਆ, ਫੈਡਰਲ ਸਰਕਾਰਾਂ ਚੱਲਦੀਆਂ ਨੇ, ਸੂਬਾ ਅਧਿਕਾਰਾਂ ਕੋਲੇ ਵੱਧ ਅਧਿਕਾਰ ਹੈਗੇ ਆ, ਉਹ ਕਾਮਯਾਬ ਵੀ ਹੋਏ ਨੇ। ਜੀ ਜੀ ਇਹ ਜਿਹੜਾ ਬਣਾਇਆ ਤਾਂ ਸਾਰਾ ਸੀਗਾ ਬੜੇ ਸੋਹਣੇ ਢੰਗ ਨਾਲ ਬਣਾਇਆ ਸੀ। ਜੇ ਉਹ ਦੇਸ਼ ਇਸ ਸਿਸਟਮ 'ਚ ਪੈ ਕੇ ਤਰੱਕੀ ਕਰ ਸਕਦੇ ਆ ਤਾਂ ਲੱਗਦਾ ਵੀ ਜੇ ਕਿਤੇ ਲਾਗੂ ਹੋ ਜਾਂਦਾ, ਇਹ ਲਾਗੂ ਕਰਵਾ ਨਹੀਂ ਸਕੇ ਜਾਂ ਉਹਨਾਂ ਦੀ ਨੀਤੀ ਨਹੀਂ ਸੀਗੀ ਸੈਂਟਰ ਵਾਲਿਆਂ ਦੀ। ਉਹਨਾਂ ਨੇ ਉਹਨਾਂ ਦੀ ਤਾਂ ਹੁਣ ਸਾਫ ਹੀ ਹੈ ਜੀ, ਪੰਜਾਬ ਉਹਨਾਂ ਨੂੰ ਸਾਰਾ ਤਾਂ ਕੁਝ ਖਤਮ ਕਰਕੇ ਸਾਰਾ ਕੁਝ ਸੈਂਟਰ ਦੇ ਹੱਥ 'ਚ ਕਰੀ ਤੁਰੇ ਜਾਂਦੇ ਨੇਗੇ। ਸੰਧੂ ਸਾਹਿਬ ਉਹਨਾਂ ਦਾ ਪਹਿਲਾਂ ਤੋਂ ਇਹ ਨੀਤੀ ਹੈ ਨਾ। ਸੰਧੂ ਸਾਹਿਬ ਹਾਂਜੀ। ਪੰਜਾਬ ਦਾ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਮੇਸ਼ਾ ਜਿਹੜਾ ਕੇਂਦਰ ਸਰਕਾਰ ਹੈ, ਸਰਕਾਰ ਕਿਸੇ ਪਾਰਟੀ ਦੇ ਕੇਂਦਰ ਸਰਕਾਰ ਪੰਜਾਬ ਦੇ ਤਾਂ ਵਿਰੁੱਧ ਰਹੀ, ਲੇਕਿਨ ਇਹ ਤਾਂ ਸਾਰੇ ਹਿੰਦੁਸਤਾਨ ਦੇ ਸੂਬਿਆਂ ਦੀ ਗੱਲ ਸੀ। ਅੱਜ ਵੀ ਤੇ ਰੌਲਾ ਤਾਂ ਪੈ ਰਿਹਾ ਨਾ। ਪੂਰੇ ਰੌਲਾ ਪੈ ਰਿਹਾ। ਅੱਜ ਵੀ ਤੇ ਰੌਲਾ ਪੈ ਰਿਹਾ। ਅੱਜ ਮਤਲਬ ਤਾਮਲ ਅੱਡ ਲੜ ਰਹੇ ਆ, ਕੇਸ ਸਾਰੇ ਵਾਲੇ ਅੱਡ ਲੜ ਰਹੇ ਨੇ, ਹੈ ਜੀ। ਹਾਂ, ਮਤਲਬ ਬਿਲਕੁਲ। ਸਾਰੇ ਕਿੰਨੀਆਂ ਬਿਲਕੁਲ। ਸਟੇਟਾਂ ਨੇ ਅੱਜ। ਬਿਲਕੁਲ ਉਹਦੇ ਵਿੱਚ ਲੇਕਿਨ ਇੱਕ ਸੰਧੂ ਸਾਹਿਬ ਦੇਖੋ, ਸਾਡੇ ਸ਼੍ਰੋਮਣੀ ਅਕਾਲੀ ਦੇ ਸਿੱਖ ਆਗੂ ਸੀਗੇ ਉਦੋਂ ਇੱਕ ਗੁਰੂ ਆਸ਼ੇ ਦੇ ਮੁਤਾਬਕ, ਗੁਰੂ ਦੇ ਭੌ ਤੇ ਭੈ ਦੇ ਮੁਤਾਬਕ ਕਿਵੇਂ ਚੱਲਦੇ ਸੀ। ਵਿਚਾਲੇ ਇੱਕ ਲਾਈਨ ਲਿਖੀ ਪੜ੍ਹੀ ਮੈਂ, ਉਹਦੇ ਵਿਚਾਲੇ ਇੱਕ ਲਾਈਨ ਲਿਖੀ ਪੜ੍ਹੀ, ਯਾਰ ਨੀਲੇ ਘੋੜੇ ਦਾ ਸਵਾਰ ਸਾਡੀ ਮਦਦ ਕਰੇ। ਜੀ ਦੇਖੋ ਗੁਰੂ ਤੇ ਕਿੰਨਾ ਭਰੋਸਾ, ਤੇ ਸਾਡੇ ਸਿੱਖ ਆਗੂਆਂ ਦੇ ਵਿੱਚ ਉਦੋਂ ਭੈ ਤੇ ਭੌ ਕਿੰਨਾ ਹੁੰਦਾ ਸੀ। ਨੀਲੇ ਘੋੜੇ ਦਾ ਸਵਾਰ ਮਦਦ ਕਰੇ ਵੀ ਜੋ ਅਸੀਂ ਇਹ ਲੈ ਕੇ ਅਨੰਦਪੁਰ ਆਏ ਹਾਂ। ਸਾਹਿਬ ਦੇ ਮਤੇ ਦੇ ਵਿੱਚ ਦਰਜ ਕੀਤਾ ਸੀ। ਹਾਂ, ਦਰਜ ਕੀਤਾ, ਲਾਈਨ ਲਿਖੀ ਹੋਈ ਹੈ, ਲਾਈਨ ਲਿਖੀ ਹੈ, ਕਮਾਲ ਹੈ। ਤੇ ਫਿਰ ਉਹਦੇ ਜਿਹੜੇ ਮੁੱਢਲੇ ਤੱਤ ਬਣਾਏ ਗਏ, ਤੇ ਮੁੱਢਲੇ ਤੱਤਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਮਨੁੱਖੀ ਸਹਿਹੋਂਦ ਹੈ, ਭਲਾਈ ਹੈ, ਤੇ ਪ੍ਰਮਾਤਮਾ ਦੇ ਵਿੱਚ ਇੱਕ ਸੁਰਤਾ ਹੋਣੀ ਚਾਹੀਦੀ ਹੈ, ਪ੍ਰਮਾਤਮਾ ਨਾਲ ਜਿਹੜਾ ਹੈਗਾ ਮਨੁੱਖ ਦੀ ਸਾਂਝ ਹੋਣੀ ਚਾਹੀਦੀ ਹੈ। 3 ਨਿਯਮ ਜਿਹੜੇ ਗੁਰੂ ਨਾਨਕ ਮਹਾਰਾਜ ਦੇ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਆਧਾਰ ਤੇ ਜਿਹੜਾ ਇਹ ਖਾਡੇ ਨੂੰ ਵਿੱਚ ਇਹਦੇ ਚ ਰੂਹ ਦੇ ਵਿੱਚ ਝਲਕਦਾ ਹੈ ਵੀ ਗੁਰੂ ਨਾਨਕ ਮਹਾਰਾਜ ਦੇ ਇਹ 3 ਜਿਹੜੇ ਨਿਯਮ ਸੀਗੇ ਉਹਨਾਂ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਗਿਆ। ਇਹ ਹਰ ਇੱਕ ਵਰਗ ਨੂੰ ਇਹਨਾਂ ਨੇ ਉਦੋਂ ਦੇ ਨੁਮਾਇੰਦਿਆਂ ਦੇ ਵਿੱਚ ਲੈ ਕੇ ਆਂਦਾ। ਉਦੇਸ਼, ਫਿਰ ਉਦੇਸ਼ਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਰੇ ਉਦੇਸ਼ਾਂ ਦੀ ਪੂਰਤੀ ਲਈ ਯਤਨ ਕਰੇਗਾ, ਲਿਖਿਆ ਉਹਨਾਂ ਨੇ ਵਿੱਚ। ਫਿਰ ਧਰਮ ਦਾ ਪ੍ਰਚਾਰ ਕਰਨਾ, ਨੈਤਿਕ ਕਦਰਾਂ ਕੀਮਤਾਂ ਨੇ, ਗੁਰਮਤ ਰਹਿਣੀ ਬਹਿਣੀ ਦਾ ਪ੍ਰਚਾਰ ਕਰਨਾ। ਹੁਣ ਗੁਰਮਤ ਰਹਿਣੀ ਬਹਿਣੀ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਨਹੀਂ ਰਹੀ। ਉਦੋਂ ਉਹਨਾਂ ਨੇ ਮੰਗ ਕੀਤੀ ਸੀ ਸਾਡੇ ਆਗੂਆਂ ਨੇ ਵੀ ਗੁਰਮਤ ਰਹਿਣੀ ਬਹਿਣੀ ਹੋਵੇ, ਮਨੁੱਖੀ ਕਦਰਾਂ ਕੀਮਤਾਂ ਦੀ ਜਿਹੜੀ ਹੈਗਾ ਨੈਤਿਕਤਾ ਦੇ, ਯਾਨੀ ਇੱਕ ਕਰੈਕਟਰ ਹੋਵੇ, ਸ਼ਖਸੀਅਤ ਹੋਵੇ, ਚਰਿੱਤਰ ਹੋਵੇ।
ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਸੀਗਾ ਸਿੱਖ ਪੰਥ ਵਿੱਚ ਕੌਮੀ ਭਾਵਨਾਵਾਂ ਇੱਛਾਵਾਂ ਦੀ ਪੂਰਨ ਪੂਰਤੀ ਦਾ ਪ੍ਰਗਟਾਵਾ ਹੋਵੇ ਤੇ ਇਹਨਾਂ ਦੇ ਵਾਧੇ ਲਈ ਸਹੂਲਤਾਂ ਮਿਲਣ। ਇੱਕ ਇਸ ਤਰ੍ਹਾਂ ਦਾ ਸਿਸਟਮ ਵੀ ਬਣਾਇਆ ਜਾਵੇ ਵੀ ਜਿਹੜਾ ਕੌਮੀ ਭਾਵਨਾਵਾਂ ਪੰਥਕ ਸੋਚ ਹੈ ਜਿਹੜੀ ਉਹਨੂੰ ਰੱਖਿਆ ਜਾਵੇ ਤੇ ਇਹਨੂੰ ਹੋਰ ਜਜ਼ਬਾ ਪੈਦਾ ਕਰਨ ਲਈ ਹੋਰ ਵੀ ਹੀਲੇ ਵਸੀਲੇ ਅੱਗੇ ਅਖਤਿਆਰ ਕੀਤੇ ਜਾਣ, ਇਹ ਮੰਗ ਕੀਤੀ ਸੀਗੀ। ਫਿਰ ਗਰੀਬੀ ਦੇਖੋ 47 ਵੇਲੇ ਬਹੁਤ ਭੁੱਖਮਰੀ ਤੇ ਬੜੇ ਲੋਕ ਗਰੀਬ ਸੀਗੇ ਤੇ ਸਾਡੇ ਆਗੂ ਨੇ ਇਹ ਵੀ ਸੋਚਿਆ ਵੀ ਗਰੀਬੀ ਦੂਰ ਹੋਵੇ, ਭੁੱਖਮਰੀ ਨਾ ਹੋਵੇ, ਹਰ ਇੱਕ ਨੂੰ ਰੋਟੀ ਮਿਲੇ, ਕੰਮ ਮਿਲੇ ਤੇ ਖਾਸ ਕਰਕੇ ਧਨ ਦੀ ਉਚਿਤ ਵੰਡ ਹੋਵੇ। ਧਨ ਹੈ ਜਿਹੜਾ ਇੱਕ ਉਹ ਵਧੀਆ ਤਰੀਕੇ ਨਾਲ ਵੰਡ ਹੋਵੇ, ਉਹਦੀ ਕਿਰਤ ਹੈ, ਰੁਜ਼ਗਾਰ ਹੈ, ਉਹ ਹਰ ਇੱਕ ਨੂੰ ਮਿਲੇ ਨਹੀਂ ਹੈਗਾ ਵੀ ਜਿਵੇਂ ਅੱਜ ਕੱਲ੍ਹ ਕਾਰਪੋਰੇਟ ਅਦਾਰੇ ਆ ਗਏ ਤੇ ਉਹੀ ਖਿੱਚੀ ਜਾਂਦੇ ਨੇ ਤੇ ਗਰੀਬ ਮਰੀ ਜਾਂਦਾ। ਉਦੋਂ ਸਾਡੇ ਆਗੂਆਂ ਦੀ ਸੋਚ ਇਹ ਸੀ ਵੀ ਸਭ ਨੂੰ ਬਰਾਬਰ ਨਿਆਂ ਮਿਲੇ, ਆਰਥਿਕ ਤੇ ਸਮਾਜਿਕ ਨਿਆਂ ਮਿਲੇ, ਸਮਾਜਿਕ ਢਾਂਚੇ ਇਸ ਤਰ੍ਹਾਂ ਦਾ ਬਣਾਇਆ ਜਾਵੇ। ਫਿਰ ਜਾਤ ਪਾਤ ਧਰਮ ਜਾਂ ਹੋਰ ਕਿਸੇ ਆਧਾਰ ਤੇ ਵਿਤਕਰੇ ਦਾ ਖਾਤਮਾ ਕਰਨਾ, ਕੋਈ ਜਾਤ ਪਾਤ ਨਾ ਹੋਵੇ, ਕੋਈ ਵਿਤਕਰਾ ਨਾ ਹੋਵੇ, ਕੋਈ ਉੱਚ ਨੀਚ ਨਾ ਹੋਵੇ, ਪੂਰਨ ਤੌਰ ਤੇ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੋਵੇ, ਗੁਰੂ ਨਾਨਕ ਮਹਾਰਾਜ ਦੇ ਆਸ਼ਰੇ ਦੇ ਮੁਤਾਬਕ ਹੋਵੇ, ਸਿੱਖੀ ਸਿਧਾਂਤਾਂ ਦੇ ਮੁਤਾਬਕ ਹੋਵੇ। ਫਿਰ ਕੋਈ ਬਿਮਾਰ ਹੈ, ਕੋਈ ਰੋਗੀ ਹੈ, ਉਹਨਾਂ ਨੂੰ ਇਸ ਨੂੰ ਰੋਗੀ ਨੂੰ ਰੋਗ ਦੂਰ ਕਰਨਾ, ਖਾਸ ਕਰਕੇ ਸੰਧੂ ਸਾਹਿਬ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ। ਅੱਜ ਤਾਂ ਤੁਸੀਂ ਦੇਖੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੇ ਵੀ ਕੇਸ ਦਰਜ ਹੋ ਜਾਂਦੇ ਨੇ। ਅਕਾਲੀ ਆਗੂ ਸ਼ਰਾਬ ਦੀਆਂ ਫੈਕਟਰੀਆਂ ਨੇ ਜੀ। ਹਾਂ, ਸ਼੍ਰੋਮਣੀ ਅਕਾਲੀ ਦਲ ਨੇ ਨਸ਼ਿਆਂ ਦੀ ਵਰਤੋਂ ਤੇ ਰੋਕ ਲਾਈ ਸੀ ਤੇ ਹੁਣ ਸਾਡੇ ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਵੇਚਣ ਵੱਲੋਂ ਤੇ ਉਧਰ ਨੂੰ ਫੈਕਟਰੀਆਂ ਨੇ ਜੀ। ਵੱਡੇ ਵੱਡੇ ਅਕਾਲੀ ਆਗੂ ਜਿਹੜੇ ਪੰਥ ਦੇ ਮੁਹੱਈਆ ਕਰਾਉਣ ਨੂੰ ਇੱਕ ਸਾਧਨ ਉਹਨੂੰ ਵਪਾਰ ਬਣਾ ਲਿਆ ਵੀ ਹੋਰ ਕੋਈ ਮਰਦਾ ਮਰੀ ਜਾਵੇ। ਉਹ ਸ਼੍ਰੋਮਣੀ ਅਕਾਲੀ ਦਲ ਕਿਤੇ ਗਿਆ, ਹੋਰ ਕਿਤੇ ਗੁੰਮ ਹੋ ਗਿਆ। ਤੇ ਕੌਮ ਨੂੰ ਤੇ ਕੌਮੀ ਸੁਰੱਖਿਆ ਨੂੰ ਤਿਆਰ ਰਹਿਣ ਲਈ ਇੱਕ ਉਤਸ਼ਾਹ ਪੈਦਾ ਕੀਤਾ ਜਾਵੇ, ਸਹੂਲਤਾਂ ਦਿੱਤੀਆਂ ਜਾਣ, ਇਹ ਵੀ ਵਿੱਚ ਦਰਜ ਕੀਤਾ ਗਿਆ। ਫਿਰ ਇਹਨਾਂ ਦੇ ਉਦੇਸ਼ਾਂ ਦੀ ਜਿਹੜੀ ਪੂਰਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਜੋਸ਼, ਸਮਾਜਿਕ ਜਿਹੜੀ ਹੈਗੀ ਹੈ ਅਧਿਆਤਮਕ ਵਿਰਸੇ ਬਾਰੇ ਗੌਰਵ ਭਾਵਨਾ ਦੀ ਹੇਠ ਤਰੀਕੇ ਲਿਖੇ ਆ ਗਏ, ਪੁਆਇੰਟ ਵਾਈਜ਼ ਲਿਖਿਆ ਵੀ ਉਹ ਆਹ ਤਰੀਕਿਆਂ ਦੇ ਨਾਲ ਅਸੀਂ ਇਸ ਉਦੇਸ਼ ਨੂੰ, ਇਸ ਪੂਰਤੀ ਨੂੰ ਪੂਰਾ ਕਰ ਸਕਦੇ ਹਾਂ, ਸੰਪੂਰਨ ਕਰ ਸਕਦੇ ਹਾਂ। ਤੇ ਇਹਦੇ ਵਿੱਚ ਪਰਮਾਤਮਾ ਦੀ ਏਕਤਾ ਦੇ ਸਿਧਾਂਤ ਉੱਤੇ ਜ਼ੋਰ ਦੇਣਾ, ਉਸ ਦੇ ਨਾਮ ਦਾ ਜਪਣਾ, ਗੁਰਬਾਣੀ ਦਾ ਕੀਰਤਨ, 10 ਸਿੱਖ ਗੁਰੂਆਂ ਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਪੈਦਾ ਕਰਨਾ ਅਤੇ ਇਸ ਦੀ ਉਦੇਸ਼ ਦੀ ਪੂਰਤੀ ਲਈ ਹੋਰ ਯੋਗ ਤਰੀਕੇ ਵਰਤਣਾ, ਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗਾ ਆਸ਼ਰੇ ਮੁਤਾਬਕ ਉਹਦਾ ਸਤਿਕਾਰ ਕਿਵੇਂ ਕਰਨਾ ਸੀ, ਗੁਰਬਾਣੀ ਦੇ ਨਾਲ ਕਿਵੇਂ ਜੁੜਨਾ। ਇਹਨਾਂ ਅਕਾਲੀਆਂ ਦੇ ਰਾਜ ਚ ਗੁਰੂ ਸਾਹਿਬ ਦੀਆਂ, ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਾਮਲਾ ਦੇਖੋ, ਮਨ ਬੜਾ ਸੰਧੂ ਸਾਹਿਬ ਕਿੱਥੇ ਜਾ ਕੇ ਗੱਲ ਕਿੱਥੋਂ ਦੀ ਕਿੱਥੇ ਜਾ ਖੜੀ ਹੈ, ਉਦਾਸ ਹੋ ਜਾਂਦਾ। ਉਹ ਹਜੇ ਫੈਸਲੇ ਕੋਰਟਾਂ ਦੇ ਚੱਕਰ ਚ ਤਿਗੜਮ ਦੇ ਵਿੱਚ ਫਸਿਆ ਹੋਇਆ, ਮਨ ਉਦਾਸ ਹੋ ਜਾਂਦਾ। ਮੈਂ ਇਹ ਨਹੀਂ ਕਹਿੰਦਾ ਵੀ ਕੌਣ ਉਹ ਚ ਦੋਸ਼ੀ ਹੈ, ਕਿਵੇਂ ਆ, ਕੀ ਕੋਰਟਾਂ ਨੇ, ਕਿਹੜੇ ਸਿਸਟਮ ਨੇ, ਕਿੱਧਰ ਨੂੰ ਜਾਣਾ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਣੀ, ਬੜਾ ਮਨ ਭਰ ਆਉਂਦਾ, ਬੜਾ ਦੁੱਖ ਹੁੰਦਾ ਵੀ ਉਹ ਵੀ ਉਦੋਂ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ, ਜਿਨ੍ਹਾਂ ਨੇ ਇਹ ਸਿਧਾਂਤ ਬਣਾਏ, ਉਹਨਾਂ ਦੇ ਰਾਜ ਵਿੱਚ ਹੋਇਆ। ਉਹਨਾਂ ਦੀ ਜਿਹੜੀ ਹੈਗੀ ਆ ਉਦੋਂ ਵੀ ਇਸ ਚੀਜ਼ ਨੂੰ ਕਿਉਂ ਨਹੀਂ ਪਕੜ ਸਕੇ, ਪਹਿਲਾਂ ਹੀ ਕਿਉਂ ਨਹੀਂ ਪਤਾ ਲੱਗਿਆ ਜਾਂ ਬਾਅਦ ਚ ਕਿਉਂ ਨਹੀਂ ਕਰ ਸਕੇ, ਦੂਜੀਆਂ ਸਰਕਾਰਾਂ ਤੇ ਹੁਣ ਆਸ ਰੱਖਦੇ ਵੀ ਇਹ ਕਰਨਗੇ। ਇਹ ਬੜੇ ਦੁੱਖ ਦੀ ਗੱਲ ਹੈ। ਉਹ ਇੱਕ ਬਹੁਤ ਕਮਾਲ ਦੀ ਗੱਲ ਹੈ। ਮੈਂ ਦੇਖ ਰਿਹਾ ਜੀ ਵੀ ਸਿੱਖ ਵਿਦਵਾਨ ਲੇਖਕਾਂ ਦੇ ਪ੍ਰਚਾਰਕਾਂ ਦੇ ਸਤਿਕਾਰ ਦੀ ਭਾਵਨਾ ਪੈਦਾ ਕਰਨੀ, ਪ੍ਰਚਾਰਕਾਂ ਨੂੰ, ਸਿੱਖ ਲੇਖਕਾਂ ਨੂੰ, ਮਤਲਬ ਅੱਜ ਗੱਲ ਕਿੱਥੇ ਖੜੀ ਹੈ ਸੰਧੂ ਸਾਹਿਬ। ਤੁਸੀਂ ਇਹ ਦੇਖੋ, ਪ੍ਰਚਾਰ ਬਿਨਾ, ਇੱਕ ਸੰਵਾਦ ਬਿਨਾ, ਇੱਕ ਵਰਤਾਂਤ ਬਿਨਾ ਅਸੀਂ ਰਾਜ ਭਾਗ ਨੂੰ ਕਿਵੇਂ ਚਲਾ ਲਾਂਗੇ, ਜਿਹਦੇ ਵਿੱਚ ਸਿੱਖ ਪ੍ਰਚਾਰਕ ਨੇ, ਵਿਦਵਾਨ ਨੇ, ਲੇਖਕ ਨੇ, ਸਾਹਿਤਕਾਰ ਨੇ, ਇਹ ਤਾਂ ਇਗਨੋਰ ਕੀਤੇ ਹੋਏ ਨੇ। ਦੇਖੋ ਸ਼੍ਰੋਮਣੀ ਅਕਾਲੀ ਦਲ ਕੋਲੇ ਕਵੀਸ਼ਰ, ਢਾਡੀ, ਕਥਾਵਾਚਕ, ਗ੍ਰੰਥੀ ਸਾਹਿਬਾਨ, ਕਥਾਵਾਚਕ ਜਿਹੜੇ ਹੈਗੇ ਇੱਕ ਕਿੰਨੇ ਨੇ, ਲੇਖਕ ਨੇਗੇ। ਇੱਕ ਸਿਸਟਮ ਬਣਿਆ ਵਾ ਪੂਰਾ, ਲੋਕ ਸ਼ਰਧਾ ਨਾਲ ਜੁੜੇ ਹੋਏ ਨੇ। ਗੁਰੂ ਪੰਥ ਦਾ ਇਤਿਹਾਸ ਆ ਜਿਹੜਾ ਬੜਾ ਗੌਰਮਈ ਹੈ। ਇੱਕ ਪੂਰਾ ਆਪਣਾ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਲੋਕਾਂ ਨੂੰ ਉਹੀ ਇਗਨੋਰ ਜੇ ਕੀਤਾ ਪਿਆ। ਮੈਂ ਤਾਂ ਨਹੀਂ ਦੇਖਦਾ ਵੀ ਉਹਨਾਂ ਨੂੰ ਕਿਤੇ ਦੇਖਿਆ ਭਾਈ ਤੂੰ ਆਇਆ ਐਡੀ ਦੂਰੋਂ ਚੱਲ ਕੇ, ਹੁਣ ਤਾਂ ਚਲੋ ਗੱਡੀਆਂ ਲੈ ਆਉਂਦੇ ਨੇ ਛੋਟੀਆਂ ਮੋਟੀਆਂ, ਕੋਈ ਸਕੂਟਰ ਤੇ ਜਾਂ ਇਸ ਤਰ੍ਹਾਂ ਦੇ ਪ੍ਰਚਾਰਕ ਮੈਂ ਦੇਖੇ ਨੇਗੇ, ਜਾਂ ਉਹ ਕਹਿੰਦੇ ਹੁੰਦੇ ਸਾਨੂੰ ਗੱਡੀ ਮੁਹੱਈਆ ਕਰਾਓ ਜੀ, ਸਾਡੇ ਕੋਲੇ ਗੱਡੀ ਨਹੀਂ ਹੈਗੀ, ਮੂਹਰੇ ਜਾ ਕੇ ਢਾਡੀ ਜਥੇ ਨੇ ਲੱਗਣਾ। ਇਹਨਾਂ ਵੱਲ ਧਿਆਨ ਨਹੀਂ ਦਿੱਤਾ। ਬਹੁਤ ਵੱਡੀ ਘਾਟ ਪੈ ਗਈ ਸ਼੍ਰੋਮਣੀ ਦਾ ਅਕਾਲੀ ਦਲ ਕੋਲ। ਇੱਕ ਹੈਗਾ ਸੀ ਇਹ ਮਤਲਬ ਜਿਹੜਾ ਵੀ ਧਾਰਮਿਕ ਸੋਰਸ ਬਹੁਤ ਵਧੀਆ ਸਾਧਨ ਸੀ, ਧਾਰਮਿਕ ਆਦੇਸ਼ ਸੀ ਜਿਹੜੇ, ਇਹਦੇ ਵਿੱਚ ਆਪਾਂ ਅੱਗੇ ਵੀ ਲਾ ਲਈਏ ਵੀ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਵੀ ਮੰਗ ਕੀਤੀ ਹੈਗੀ, ਬਿਲਕੁਲ ਹੋਰ ਵੀ ਇਸ ਤਰ੍ਹਾਂ ਦੇ। ਇਸੇ ਤਰ੍ਹਾਂ ਰਾਜਨੀਤਿਕ ਆਦੇਸ਼ਾਂ ਤੇ ਆਪਾਂ ਉਹਨੇ ਅੱਗੇ ਵਧੀਏ ਜੇ
ਕਿਉਂਕਿ ਸਮੇਂ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਹਾਂ, ਪੈਣਾ ਕਾਫੀ ਲੰਬਾ ਚੌੜਾ ਖਰੜਾ ਹੈਗਾ। ਰਾਜਨੀਤਿਕ ਉਦੇਸ਼ ਨੇਗੇ, ਉਹ ਦੇਸ਼ਾਂ ਦੀ ਪੂਰਤੀ ਲਈ ਇਹ ਵੀ ਮੈਂ ਇਸ ਤਰ੍ਹਾਂ ਇਹਨਾਂ ਮਤਲਬ ਨੇ- ਉਹੀ ਗੱਲ ਜਿਹੜਾ ਪਹਿਲਾਂ ਆਪਾਂ ਗੱਲ ਜ਼ਿਕਰ ਕੀਤਾ ਉਹੀ ਇਹਦੇ ਵਿੱਚ ਆਉਂਦੀਆਂ ਨੇਗੀਆਂ ਵੀ ਗੁਰਦਾਸਪੁਰ ਚੋਂ ਜਿਹੜਾ ਡਲਹੌਜੀ ਪੰਜਾਬੀ ਬੋਲਦੇ ਇਲਾਕੇ ਜਿਨ੍ਹਾਂ ਨੂੰ ਪੰਜਾਬ ਚੋਂ ਮਤਲਬ ਬਾਹਰ ਰੱਖਿਆ ਗਿਆ, ਕਿਉਂਕਿ ਗੁਰਦਾਸਪੁਰ ਜ਼ਿਲ੍ਹੇ ਡਲਹੌਜੀ ਆ ਜਿਹੜਾ ਪਹਿਲਾਂ ਜਿਹੜਾ ਮਹਾ ਪੰਜਾਬ ਦੇ ਡਲਹੌਜੀ ਜ਼ਿਲ੍ਹੇ ਦਾ ਇੱਕ ਹਿੱਸਾ ਸੀਗਾ। ਇਸੇ ਤਰ੍ਹਾਂ ਹੀ ਅੰਬਾਲਾ ਸੀ ਜਿਹੜਾ ਉਹ ਚੰਡੀਗੜ੍ਹ ਦੇ ਨਾਲ ਜੁੜਦਾ ਸੀਗਾ, ਪੰਜੌਰ, ਕਾਲਕਾ, ਹਾਂਜੀ, ਅੰਬਾਲਾ ਸਦਰ, ਇਸੇ ਤਰ੍ਹਾਂ ਹੁਸ਼ਿਆਰਪੁਰ ਦੀਆਂ ਤਹਿਸੀਲਾਂ ਸੀ, ਊਨਾ ਵਗੈਰਾ, ਟੋਹਾਣਾ ਵਗੈਰਾ ਸਭ ਤਹਿਸੀਲਾਂ ਸੀਗੀਆਂ ਉਹ ਸਾਰੀਆਂ। ਤੇ ਨਾਲਾਗੜ੍ਹ ਜਿਹੜਾ ਕਿ ਇੱਕ ਦੇਸ਼ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ, ਨਾਲਾਗੜ੍ਹ ਅੱਡ ਇੱਕ ਮਤਲਬ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ। ਸੋ ਇਸ ਤਰ੍ਹਾਂ ਮਤਲਬ ਇਹ ਸਾਰੀਆਂ ਸਿੱਖ ਬੋਲਦੇ ਇਲਾਕਿਆਂ ਦੀ ਜਿਹੜਾ ਸੀਗਾ ਇਹਦਾ ਇੰਤਜ਼ਾਮ ਜਾਂ ਇਹਨੂੰ ਪੰਜਾਬ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਹੋਈ ਤੇ ਇਹਦੇ ਨਾਲ ਹੀ ਦੇਸ਼ ਦੀ ਸੁਰੱਖਿਆ ਤੇ ਜਿਵੇਂ ਤੁਸੀਂ ਪਹਿਲਾਂ ਕੀਤਾ ਵੀ ਉਹ ਚਾਰ ਜਿਹੜੇ ਮਤਲਬ ਚਾਰ ਮਹਿਕਮੇ ਅਹਿਮ ਵਿਭਾਗ ਨੇ ਜਿਹੜੇ ਉਹ ਕੇਂਦਰ ਸਰਕਾਰ ਕੋਲ ਔਰ ਬਾਕੀ ਸੂਬਾ ਸਰਕਾਰਾਂ ਜਿਹਦੇ ਵਿੱਚ ਅਸੀਂ ਕਹਿੰਦੇ ਨੇ ਫੌਜ ਹੋਗੀ, ਦੇਸ਼ ਦੀ ਸੁਰੱਖਿਆ ਫੌਜ ਹੋਗੀ, ਵਿਦੇਸ਼ ਨੀਤੀ ਹੋਗੀ, ਵਿਦੇਸ਼ ਮਾਮਲੇ ਹੋਗੀ, ਕ੍ਰਾਂਤੀ ਹੋਗੀ ਤੇ ਰੇਲਵੇ ਤੇ ਡਾਕ ਹੋਗੀ। ਇਹ ਚਾਰ ਮਸਲੇ ਸੈਂਟਰ ਕੋਲੇ ਰੱਖ ਕੇ ਬਾਕੀ ਸੂਬਾ ਸਰਕਾਰਾਂ ਕੋਲੇ ਹੋਰ ਸਟੇਟਾਂ ਨੂੰ ਨਾਲ ਲਿਆ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਮਤਲਬ ਆਦੇਸ਼ ਜਿਹੜੇ ਸੀਗੇ ਇਹੀ ਇਹਦੇ ਵਿੱਚ ਅਸਲ ਅੱਗੇ ਲੈ ਕੇ ਵੱਧਦੇ ਹੈਗੇ। ਬਿਲਕੁਲ ਹਾਂਜੀ, ਇਹਦੇ ਨਾਲ ਹੀ ਮਤਲਬ ਇੱਕ ਇਹਦੇ ਵਿੱਚ ਉਹ ਬੜਾ ਜ਼ਿਕਰ ਆਉਂਦਾ ਜਿਹੜਾ ਅੱਜ ਵੀ ਅਸੀਂ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਪਿਛਲੇ ਸਮੇਂ ਦੌਰਾਨ ਚਾਹੇ ਤੇ ਪਰ ਉਹ ਵੀ ਆਉਂਦਾ ਜਿਹੜਾ ਗੁਆਂਢੀ ਦੇਸ਼ਾਂ ਦੇ ਨਾਲ ਮਤਲਬ ਕਿਸ ਤਰ੍ਹਾਂ ਦਾ ਵਰਤਾਓ ਦੇ ਬਾਰੇ, ਖਾਸ ਤੌਰ ਤੇ ਪਾਕਿਸਤਾਨ ਦੇ ਨਾਲ, ਕਿਉਂਕਿ ਉਹਦੇ ਵਿੱਚ ਸਪੈਸ਼ਲ ਜ਼ਿਕਰ ਕੀਤਾ ਸੀਗਾ ਵੀ ਜਿੱਥੇ ਗੁਰਧਾਮ ਨੇ ਸਿੱਖਾਂ ਦੇ ਉਹਨਾਂ ਮੁਲਕਾਂ ਨਾਲ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਵਿਦੇਸ਼ ਜਿਹੜਾ ਡਿਫੈਂਸ ਦਾ ਤੇ ਵਿਦੇਸ਼ ਨੀਤੀ ਆ ਕੇਂਦਰ ਸਰਕਾਰ ਕੋਲੇ ਰਹਿਣ ਇਹ ਮਹਿਕਮੇ, ਲੇਕਿਨ ਇੱਕ ਮੰਗ ਕੀਤੀ ਸੀ ਵੀ ਸਾਡੇ ਗੁਆਂਢੀ ਦੇਸ਼ਾਂ ਦੇ ਨਾਲ, ਜਿਹੜਾ ਵੀ ਗੁਆਂਢੀ ਦੇਸ਼ਾਂ ਪਾਕਿਸਤਾਨ ਆਪਾਂ ਜ਼ਿਆਦਾ ਕਹਿੰਦੇ ਆ, ਹੁਣ ਚਾਈਨਾ ਦੇ ਨਾਲ ਵੀ ਜਿਹੜੀ ਹੈਗੀ ਆ ਬਾਰਡਰ ਤੇ ਕਸ਼ਮਕਸ਼ ਪਹਿਲਾਂ ਵੀ ਲੜਾਈਆਂ ਹੋਈਆਂ, ਵੀ ਇਹਨਾਂ ਦੇ ਨਾਲ ਇੱਕ ਇਸ ਤਰ੍ਹਾਂ ਦੀ ਸਾਂਝ ਸਿਰਜੀ ਜਾਵੇ ਜਿਹਦੇ ਕਾਰਨ ਜੰਗ ਵਰਗੀਆਂ ਮਾਰੂ ਜਿਹੜੀਆਂ ਹੈਗੀਆਂ ਘਟਨਾਵਾਂ ਉਹ ਨਾ ਹੋਣ, ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਦੋਨਾਂ ਪਾਸੇ। ਉਹਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਵੀ ਇੱਕ ਵਿਦੇਸ਼ ਨੀਤੀ ਇਸ ਤਰ੍ਹਾਂ ਦੀ ਹੋਵੇ, ਬਾਹਰਲੀਆਂ ਵਿਦੇਸ਼ ਨੀਤੀਆਂ ਦੇ ਵਿੱਚ ਗਲ ਜੋਟੀ ਵਾਲੀ ਨਾ ਹੋਵੇ, ਗੁਰੂ ਆਸ਼ੇ ਦੇ ਮੁਤਾਬਕ ਨੀਤੀ ਹੋਵੇ। ਸਾਡੇ ਗੁਰੂ ਨੇ ਸਾਰੇ ਕਿਤੇ ਚੱਕਰ ਲਾਇਆ, ਸਾਰੇ ਦੇਸ਼ਾਂ 'ਚ ਗਏ ਨੇ, ਗੁਰੂ ਨਾਨਕ ਮਹਾਰਾਜ ਦੇ ਉਹਨਾਂ ਨੇ ਇਸ ਦੇਸ਼ ਨੂੰ ਨਾਲ ਰੱਖਿਆ ਉਦੋਂ ਅਕਾਲੀ ਦਲ ਦੇ ਆਗੂਆਂ ਨੇ ਸਾਡੇ ਨੇ ਇਹ ਉਸ ਤੋਂ ਬਾਅਦ ਫਿਰ ਫੌਜੀ ਨੇ ਜਿਹੜੇ ਸਾਡੇ ਇਹਦੇ ਵਿੱਚ ਵੀ ਸਾਡਾ ਜਿਹੜਾ ਕੋਟਾ ਜਿਹੜਾ ਕਿਹਾ ਵੀ ਇੰਨਾ ਰਕਮਾ ਹੋਣਾ ਚਾਹੀਦਾ, ਸਾਡੀ ਮਾਣ ਮਰਜ਼ਾਦਾ ਹੋਣੀ ਚਾਹੀਦੀ, ਸਾਡੀ ਸਿੱਖੀ ਰਵਾਇਤਾਂ ਦੇ ਮੁਤਾਬਕ ਜਿਹੜੀ ਹੈਗੀ ਉੱਥੇ ਹੋਣੀ ਚਾਹੀਦੀ ਹੈ। ਤੇ ਇਹ ਕਿਰਪਾਨ ਦੀ ਮੰਗ ਕੀਤੀ ਸੀ ਫੌਜੀਆਂ। ਕਮਾਲ ਦੀ ਗੱਲ ਆ ਨਾ, ਕਮਾਲ ਦੀ ਗੱਲ ਆ ਜਿਹੜੀ ਕਿ ਅੱਜ ਸਾਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਉਹਦਾ ਸਾਡੇ ਸਾਹਮਣੇ ਆਇਆ ਜਦੋਂ ਚੀਨ ਵਾਲਿਆਂ ਨੇ ਹਮਲਾ ਕੀਤਾ। ਗੁਰਤੇਜ ਸਿੰਘ ਸ਼ਹੀਦ ਨੇ ਇੱਕ ਕਿਰਪਾਨ ਦੇ ਨਾਲ 12 ਚੀਨੀਆਂ ਨੂੰ ਆਪ ਵੀ ਬਚਿਆ ਤੇ ਆਪਣੇ ਸਾਥੀਆਂ ਨੂੰ ਵੀ ਬਚਾਇਆ। ਇਹ ਸਾਡੇ ਆਗੂਆਂ ਨੇ ਉਦੋਂ ਮੰਗ ਕੀਤੀ ਸੀ ਵੀ ਕਿ ਡਿਫੈਂਸ ਦੇ ਵਿੱਚ ਜਿਹੜੇ ਸਿੱਖ ਨੇਗੇ ਉਹਨਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ, ਫੌਜੀ ਉਹਦਾ ਵਰਦੀ ਦਾ ਕੰਗ ਬਣਾਇਆ ਜਾਵੇ ਕਿਰਪਾਨ। ਇਹ ਬੜੀ ਦੂਰਦਰਸ਼ੀ ਵਾਲੀ ਗੱਲ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਤੇ 12 ਜਣਾਂ ਦੇ ਨਾਲ ਲੜਨਾ ਜੇ ਬਿਨਾਂ ਹਥਿਆਰ ਤੋਂ ਹੁੰਦਾ, ਗੁਰਤੇਜ ਸਿੰਘ 12 ਜਣਾਂ ਨੂੰ ਨਹੀਂ ਮਾਰ ਸਕਦਾ। ਇੱਕ ਆਪਦੀ ਸੁਰੱਖਿਆ ਵੀ ਕੀਤੀ ਉਹਨੇ ਨਾਲ ਦੇ ਸਾਥੀਆਂ ਨੂੰ ਵੀ ਬਚਾਇਆ ਤੇ ਅੱਜ ਸਾਡੇ ਦੇਸ਼ ਦਾ ਖਾਸ ਕਰਕੇ ਸਿੱਖ ਕੌਮ ਦਾ ਸਾਰੀ ਦੁਨੀਆ 'ਚ ਮਾਣ ਸਨਮਾਨ ਗੌਰਵ ਉੱਚਾ ਹੋਇਆਗਾ। ਇਹ ਮੰਗ ਕੀਤੀ ਸੀ ਉਦੋਂ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਪੁਰਸ਼, ਇਹਨਾਂ ਨੇ ਸ਼ਸਤਰਾਂ ਬਾਰੇ ਤਾਂ ਜੀ ਇੱਕ ਹੋਰ ਬੜੀ ਵਧੀਆ ਮੰਗ ਕੀਤੀ ਸੀ। ਕਹਿੰਦੇ ਜਿਹੜੇ ਕੋਈ ਇਸਤਰੀ ਜਾਂ ਪੁਰਸ਼ ਦਾ ਅਦਾਲਤ ਦੇ ਵਿੱਚ ਕੋਈ ਕੇਸ ਨਹੀਂ, ਕੋਈ ਉਹਦੇ ਤੇ ਦੋਸ਼ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਉਹਨਾਂ ਨੂੰ ਛੋਟੇ ਸ਼ਸਤਰ ਰਿਵਾਲਵਰ, ਬੰਦੂਕ, ਪਿਸਤੌਲ, ਕਾਰਬਾਈਨ, ਛੋਟੇ ਆਰਮ ਜਿਹੜੇ ਹੈਗੇ ਆ ਹਥਿਆਰ ਰੱਖਣ ਦੀ ਖੁੱਲ੍ਹ ਹੋਵੇ, ਕੇਵਲ ਰਜਿਸਟ੍ਰੇਸ਼ਨ ਕੀਤੀ ਜਾਵੇ, ਲਾਇਸੈਂਸ ਦੀ ਲੋੜ ਨਾ ਪਵੇ। ਹੁਣ ਤਾਂ ਲਾਇਸੈਂਸ ਲੈ ਕੇ ਹੀ ਅਗਲਾ ਲੈ ਸਕਦਾ, ਲਾਇਸੈਂਸ ਵੀ ਓਕੇ ਬਣਦੇ ਆ। ਇਹ ਮੰਗ ਕੀਤੀ ਸੀ। ਇਹ ਵੀ ਉਸਦੇ ਨਾਲ ਆਪਣੇ ਗੁਰਤੇਜ ਸਿੰਘ ਦੀ ਗੱਲ ਦੇ ਨਾਲ ਜੁੜਦੀ ਹੈ ਵੀ ਜਿਨ੍ਹਾਂ ਦਾ ਰਿਕਾਰਡ ਕ੍ਰਿਮੀਨਲ ਨਹੀਂ ਹੈਗਾ ਉਹਨਾਂ ਮਨੁੱਖਾਂ ਨੂੰ ਛੋਟੇ ਹਥਿਆਰ ਰੱਖਣ ਦੀ ਖੁੱਲ੍ਹ ਹੋਵੇ, ਲਾਇਸੈਂਸ ਤੋਂ ਬਿਨਾਂ ਇੱਕ ਰਜਿਸਟ੍ਰੇਸ਼ਨ ਹੀ ਕਾਫੀ ਹੋਵੇ। ਇਹ ਵੀ ਮੰਗ ਕੀਤੀ ਸੀਗੀ। ਤੇ ਫਿਰ ਜਿਹੜਾ ਹੈਗਾ ਨਸ਼ਿਆਂ ਦੀ ਆਪਾਂ ਗੱਲ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਨਸ਼ਿਆਂ ਦੀ ਮੁਕੰਮਲ, ਸ਼ਰਾਬ ਵਰਗੇ ਨਸ਼ੇ ਜਾਂ ਹੋਰ ਹੋਣ ਤਾਂ ਬਾਹਲੇ ਭੈੜੇ ਨਸ਼ੇ ਆ, ਉਦੋਂ ਸ਼ਰਾਬ ਦੇ ਨਸ਼ੇ ਨੂੰ ਵੱਡਾ ਮੰਨਿਆ ਜਾਂਦਾ ਸੀ, ਪਬਲਿਕ ਥਾਵਾਂ ਤੇ ਵਰਤੋਂ ਨਾ ਹੋਵੇ, ਤੰਬਾਕੂ ਤੇ ਸਾਰਾ ਤੇ ਮਨਾਹੀ ਹੋਵੇ। ਇਹ ਮੰਗ ਕੀਤੀ ਸੀ ਨਸ਼ੇ ਦੇ ਖਾਸ ਕਰਕੇ। ਸਾਡੇ ਨੌਜਵਾਨਾਂ ਦੀ ਜਿਹੜੀ ਚਰਿੱਤਰ ਦੀ ਉਸਾਰੀ ਹੈ ਉਹ ਨਸ਼ਾ ਰਹਿਤ ਜੇ ਹੋਊਗੀ, ਉਹ ਕੌਮ ਲਈ, ਦੇਸ਼ ਲਈ ਫਿਰ ਤਰੱਕੀ ਦਾ ਕਾਰਨ ਬਣੂਗਾ। ਇਹ ਮੰਗ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਜਿਹੜੀ ਆਪਣੇ ਅੱਗੇ
12 ਮਤੇ ਨੇ ਜੀ ਉਦੇਸ਼ ਤੇ ਤੱਤ ਆਪਾਂ ਡਿਸਕਸ਼ਨ ਕੀਤੀ ਹੈ। ਇਹ 12 ਮਤੇ ਨੇ, ਜਿਹੜੇ 12 ਮਤਿਆਂ ਦੇ ਵਿੱਚ ਮੰਗਾਂ ਕੀਤੀਆਂ ਵੀ ਸਾਡਾ ਇਹ ਹੋਣਾ ਚਾਹੀਦਾ। ਆਪਾਂ ਕੁਝ ਵਿਚਾਰ ਵੀ ਕਰ ਲਈਏ ਮਤਿਆਂ ਦੇ ਵਿੱਚ, ਉਹ ਵੀ ਸਮੇਂ ਦੇ ਹਿਸਾਬ ਨਾਲ ਆਪਾਂ ਕਰਾਂਗੇ। ਜਿਹੜਾ ਸ਼੍ਰੀ ਇੱਥੇ ਆਪਾਂ ਜੈ ਪ੍ਰਕਾਸ਼ ਇੱਥੇ ਆਪਾਂ ਰੁਕਦੇ ਜੀ ਇੱਕ ਬ੍ਰੇਕ ਦੇ ਲਈ, ਉਸ ਤੋਂ ਬਾਅਦ ਫੇਰ ਆਪਾਂ ਇਹ ਗੱਲਬਾਤ ਇੱਥੋਂ ਹੀ ਜਾਰੀ ਰੱਖਾਂਗੇ। ਠੀਕ ਹੈ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।